ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੀਪੀਐਸਸੀ ਨਾਇਬ ਤਹਿਸੀਲਦਾਰ ਜਾਂ ਅਗਲੇ ਹੋਣ ਵਾਲੇ ਜੋ ਪੀਪੀਐਸਸੀ ਦੇ ਐਗਜ਼ਾਮ ਹੋਣਗੇ ਕੋਆਪਰੇਟਿਵ ਇੰਸਪੈਕਟਰ ਤੇ ਬਾਕੀ ਵੀ ਜਿਹੜੇ 2022 ਦੇ ਵਿੱਚ PSSB ਬੋਰਡ ਜਾਂ ਪੰਜਾਬ ਪੁਲਿਸ ਜਾਂ ਅਦਰ ਸਟੇਟ ਐਗਜ਼ਾਮ ਦੇ ਵਿੱਚ ਜੀਕੇ ਦੇ ਮਹੱਤਵਪੂਰਨ ਕੁਐਸਚਨ ਕਰਾਂਗੇ ਆਪਾਂ ਉਹਦੇ ਲਈ। ਫਿਲਹਾਲ ਆਪਾਂ ਜਿਹੜੇ ਇਹ ਸੈੱਟ ਲੈ ਕੇ ਆਵਾਂਗੇ, ਟੋਟਲ ਆਪਾਂ 200 ਕੁਐਸਚਨ ਦਾ ਸੈੱਟ ਲੈ ਕੇ ਆਵਾਂਗੇ ਜਿਹੜੇ ਕਿ ਬਾਰ-ਬਾਰ ਪੀਪੀਐਸਸੀ ਜਾਂ ਹੋਰ ਪੇਪਰਾਂ ਦੇ ਵਿੱਚ ਰਿਪੀਟ ਹੁੰਦੇ ਆ। ਫਿਲਹਾਲ ਇਹਦੇ ਵਿੱਚ ਆਪਾਂ ਸਿਰਫ ਤੇ ਸਿਰਫ ਜਿਹੜੇ 200 ਸੈੱਟ ਹੋਣਗੇ, 200 ਕੁਐਸਚਨ ਦੇ ਜੋ 4 ਸੈੱਟ ਲੈ ਕੇ ਆਵਾਂਗੇ, ਆਪਾਂ 4 ਸੈੱਟ ਦੇ ਵਿੱਚ ਕੰਪਲੀਟ ਕਰਾਂਗੇ। ਜਿਹੜੇ ਆਪਾਂ ਇਹ 200 ਕੁਐਸਚਨ ਕਰਾਂਗੇ, ਇਹ 200 ਦਾ 200 ਕੁਐਸਚਨ ਸਿਰਫ ਤੇ ਸਿਰਫ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚੋਂ ਆਪਾਂ ਲਿਆ ਵਾ। ਆਪਣੇ ਵੱਲੋਂ ਇੱਕ ਵੀ ਕੁਐਸਚਨ ਆਪਾਂ ਐਡ ਨਹੀਂ ਕੀਤਾਗਾ। ਸਾਰੇ ਦੇ ਸਾਰੇ ਕੁਐਸਚਨ ਪੀਪੀਐਸਸੀ ਦੇ ਅਫੀਸ਼ੀਅਲ ਪੇਪਰ ਨੇ ਤੇ ਨਾਲ ਇਹਦੀ ਆਨਸਰ ਕੀ ਜੋ ਹੈ ਉਹ ਆਪਾਂ ਪੀਪੀਐਸਸੀ ਦੀ ਹੀ ਅਫੀਸ਼ੀਅਲ ਆਨਸਰ ਕੀ ਹੈ ਉਹਦੇ ਨਾਲ ਮਿਲਾ ਕੇ ਆਪਾਂ ਬਣਾਈ ਹੈ। ਸੋ ਕਲਾਸ ਆਪਣੀ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਬਣਾਈ ਗਈ ਆ, ਠੀਕ ਆ। ਸੋ ਇਹ 200 ਦਾ 200 ਕੁਐਸਚਨ ਦਾ ਤੁਹਾਨੂੰ ਫਾਇਦਾ ਇਹ ਹੋਵੇਗਾ ਕਿ ਅਗਰ ਤੁਸੀਂ ਨਾਇਬ ਤਹਿਸੀਲਦਾਰ ਦਾ ਪੇਪਰ ਦੇਣ ਜਾ ਰਹੇ ਹੋ ਤਾਂ ਉਹਦੇ ਵਿੱਚ ਕੁਝ ਕੁਐਸਚਨ ਰਿਪੀਟ ਹੋ ਸਕਦੇ ਨੇ, ਕਿਉਂਕਿ ਪੀਪੀਐਸਸੀ ਆਲਵੇਜ਼ ਆਪਾਂ ਦੇਖਦੇ ਹਾਂ ਕਿ ਕੁਝ ਕੁਐਸਚਨ ਰਿਪੀਟ ਕਰਦਾ ਵਾ। ਸੋ ਮੈਂ ਉਹੇ ਜਿਹੇ ਕੁਐਸਚਨ ਹੀ ਇਹਦੇ ਵਿੱਚ ਸਿਲੈਕਟ ਕੀਤੇ ਨੇ ਜਿਹੜੇ ਕਿ ਪੀਪੀਐਸਸੀ ਦੁਆਰਾ ਬਾਰ-ਬਾਰ ਪੁੱਛੇ ਜਾਂਦੇ ਨੇ ਤੇ ਅਲੱਗ-ਅਲੱਗ ਪੇਪਰਾਂ ਦੇ ਵਿੱਚ ਮੋਸਟ ਰਿਪੀਟਡ ਹੁੰਦੇ ਨੇ, ਠੀਕ ਹੈ ਜੀ। ਸੋ ਲਾਸਟ 10 ਸਾਲਾਂ ਦੇ ਆਪਾਂ ਕੰਪਾਈਲ ਕਰਕੇ ਉਹਦੇ ਵਿੱਚੋਂ 200 ਕੁਐਸਚਨ ਕੱਢਿਆ ਵਾ। ਸੋ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ, ਪੇਪਰ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਹੈਲਪ ਕਰੇਗਾ। ਸੋ ਇਸ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਹੋਏਗਾ, ਸੀਨੀਅਰ ਅਸਿਸਟੈਂਟ ਹੋਏਗਾ ਜਾਂ ਪੰਜਾਬ ਪੁਲਿਸ ਜਾਂ ਆਪਣਾ PSSB ਦਾ ਵੀ ਕੋਈ ਵੀ ਐਗਜ਼ਾਮ ਹੋਏਗਾ ਉਹਦੇ ਵਿੱਚ ਵੀ ਤੁਹਾਨੂੰ ਹੈਲਪ ਮਿਲੇਗੀ, ਠੀਕ ਹੈ ਜੀ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਠੀਕ ਹੈ ਜੀ ਸੈਸ਼ਨ। ਅੱਜ ਆਪਾਂ ਕਰਾਂਗੇ ਜੀ ਇਸ ਸੈਸ਼ਨ 'ਚ ਆਪਾਂ 1 ਤੋਂ 30 MCQ ਹੀ ਕਰਾਂਗੇ। ਸੋ 31 ਤੋਂ 100 ਤੱਕ MCQ ਆਪਾਂ ਅਗਲੇ ਸੈਸ਼ਨ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਤੀਜੀ ਕਲਾਸ 'ਚ ਆਪਾਂ 101 ਤੋਂ ਲੈ ਕੇ 150 ਤੇ 151 ਤੋਂ ਲੈ ਕੇ 200, ਸੋ 4 ਕਲਾਸਾਂ ਦੇ ਵਿੱਚ ਆਪਾਂ ਲਗਾਤਾਰ ਇਹਨੂੰ ਕੰਪਲੀਟ ਕਰ ਦੇਵਾਂਗੇ, ਠੀਕ ਹੈ ਜੀ। ਸੋ ਆਪਾਂ ਸ਼ੁਰੂ ਕਰਾਂਗੇ ਜੀ। ਆਪਾਂ ਨੂੰ ਕੁਐਸਚਨ ਆਊਗਾ ਜੀ, ਕੁਐਸਚਨ ਇਹ PPSC ਦੇ ਹੀ ਕਿਸੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਫਾਊਂਡਰ ਪ੍ਰੈਜ਼ੀਡੈਂਟ ਆ ਗਦਰ ਪਾਰਟੀ ਦਾ। ਸੋ ਗਦਰ ਪਾਰਟੀ ਦਾ ਫਾਊਂਡਰ ਪ੍ਰੈਜ਼ੀਡੈਂਟ ਕੌਣ ਆ, ਠੀਕ ਹੈ ਜੀ। ਲਾਲਾ ਲਾਜਪਤ ਰਾਏ ਆ, ਸਰਦਾਰ ਅਜੀਤ ਸਿੰਘ ਜੀ ਨੇ, ਸੋਹਣ ਸਿੰਘ ਭਕਨਾ ਨੇ ਜਾਂ ਬਾਬਾ ਖੜਕ ਸਿੰਘ। ਸੋ ਮੈਂ ਤੁਹਾਨੂੰ 5 ਤੋਂ 6 ਸੈਕਿੰਡ ਦਊਂਗਾ, ਤੁਸੀਂ ਆਪਦੇ ਮਾਈਂਡ ਦੇ ਵਿੱਚ ਚੀਜ਼ ਸੋਚ ਲੈਣੀ ਆ ਤੇ ਆਪਣਾ ਆਨਸਰ ਦੇਖਣਾ ਕਿ ਤੁਹਾਡੇ 30 ਦੇ ਵਿੱਚੋਂ ਕਿੰਨੇ ਸਹੀ ਗਏ, ਠੀਕ ਹੈ ਜੀ। ਸੋ ਤੁਸੀਂ ਸੋਚ ਲਿਆ ਹੋਣਾ ਮੈਂ ਹੁਣ। ਸੋ ਇਹਦਾ ਪਰਫੈਕਟ ਆਨਸਰ ਆ ਜੀ ਸੋਹਣ ਸਿੰਘ ਭਕਨਾ, ਠੀਕ ਹੈ ਜੀ। ਗਦਰ ਪਾਰਟੀ ਦੀ ਸਥਾਪਨਾ 1913 ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਹੋਈ ਸੀ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਯਾਦ ਕਰ ਲੈਣਾ। ਤੇ ਲਾਲਾ ਹਰਦਿਆਲ ਜਿਹੜੇ ਸੀਗੇ, ਠੀਕ ਹੈ ਜੀ, ਇਹਦੇ ਚੀਫ ਐਡੀਟਰ ਸੀਗੇ, ਠੀਕ ਹੈ ਜੀ। ਸੋ ਅੱਗੇ ਆਪਾਂ ਜ਼ਿਆਦਾ ਆਪਾਂ ਐਕਸਪਲੇਨ ਨਹੀਂ ਕਰਾਂਗੇ ਕਿਉਂਕਿ ਆਪਾਂ ਆਲਰੇਡੀ ਇਹ ਟੌਪਿਕ ਕਰ ਚੁੱਕੇ ਆ। ਅਗਰ ਤੁਸੀਂ ਨਹੀਂ ਦੇਖਿਆ ਤਾਂ ਆਪਣੀ ਮਾਡਰਨ ਹਿਸਟਰੀ ਦੀ ਕਲਾਸ ਦੇ ਵਿੱਚ ਜਾ ਕੇ ਗਦਰ ਪਾਰਟੀ ਦਾ ਟੌਪਿਕ ਦੇਖ ਸਕਦੇ ਹੋ। ਦੂਜਾ ਕੁਐਸਚਨ ਆ ਗਿਆ ਜੀ ਸਾਡਾ, ਐਨੀ ਬੇਸੰਤ ਦੱਸੋ ਜੀ ਕੌਣ ਸੀ, ਠੀਕ ਹੈ ਜੀ। ਇਹ ਫਰੀडम ਫਾਈਟ ਦੇ ਵਿੱਚ ਇਹਨੇ ਆਪਣੇ, ਇਹ ਵੈਸੇ ਬ੍ਰਿਟਿਸ਼ਰ ਸੀਗੀ। ਸੋ ਇਹਨਾਂ ਨੇ ਆਪਣੇ ਫਰੀडम ਫਾਈਟਰ ਦੇ ਵਿੱਚ ਆਪਣੇ ਰਾਸ਼ਟਰੀ ਅੰਦੋਲਨ ਸਟਰਗਲ ਦੇ ਵਿੱਚ, ਠੀਕ ਹੈ ਜੀ, ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਸੀ। ਸੋ ਉਹਦੇ ਬਾਰੇ ਉਹਨਾਂ ਨੇ ਪੁੱਛਿਆ ਕਿ ਕੀ ਇਹਦੇ ਵਿੱਚੋਂ ਸਹੀ ਆ। ਕਹਿੰਦਾ ਜੀ ਕੀ ਉਹ ਰਿਸਪੌਂਸੀਬਲ ਸੀਗੀ ਹੋਮ ਰੂਲ ਮੂਵਮੈਂਟ ਦੀ, ਠੀਕ ਹੈ ਜੀ। ਕੀ ਉਹ ਫਾਊਂਡਰ ਸੀਗੇ ਥੀਓਸੋਫੀਕਲ ਸੁਸਾਇਟੀ ਦੀ, ਠੀਕ ਹੈ ਜੀ। ਵੰਸ ਦਾ ਪ੍ਰੈਜ਼ੀਡੈਂਟ, ਕੀ ਉਹ ਇੱਕ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰੈਜ਼ੀਡੈਂਟ ਰਹਿ ਚੁੱਕੀ ਆ। ਸੋ ਇਹਦਾ ਤੁਸੀਂ ਹੁਣ ਸੋਚਣਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਵਾ, ਠੀਕ ਆ, ਤਿੰਨਾਂ ਚੋਂ। ਸੋ ਇੱਕ ਆ, ਸੋ ਇਹ ਤੁਸੀਂ ਫਿਲਹਾਲ ਸੋਚ ਲਿਆ ਹੋਏਗਾ, 5-6 ਸੈਕਿੰਡ ਤੁਹਾਨੂੰ ਦੇ ਦਿੱਤੇ ਨੇ। ਸੋ ਇਹਦਾ ਪਹਿਲਾ ਬਿਲਕੁਲ ਸਹੀ ਚਲਿਆ ਜਾਏਗਾ ਕਿ ਰਿਸਪੌਂਸੀਬਲ ਸੀਗੀ ਉਹ ਹੋਮ ਰੂਲ ਲੀਗ ਦੀ ਇਹਨਾਂ ਨੇ ਕੀਤੀ ਸੀ, ਠੀਕ ਹੈ ਜੀ, ਸਥਾਪਨਾ 1916 ਦੇ ਵਿੱਚ। ਇਹਦੇ ਨਾਲ ਤਾਲੁਕ ਰੱਖਦੇ ਸੀ, ਠੀਕ ਹੈ ਜੀ। ਰਿਸਪੌਂਸੀਬਲ ਸੀ, ਸਟਾਰਟ ਕੀਤੀ ਸੀ ਇਹਨਾਂ ਨੇ ਬਾਲ ਗੰਗਾਧਰ ਤਿਲਕ ਨਾਲ ਮਿਲ ਕੇ। ਸੋ ਫਾਊਂਡਰ ਸੀਗੇ, ਇਹ ਗਲਤ ਹੋ ਗਿਆ ਜੀ ਸਾਡਾ ਦੂਜਾ। ਇਹ ਫਾਊਂਡਰ ਨਹੀਂ ਸੀ, ਵੈਸੇ ਮੈਂਬਰ ਸੀਗੇ ਥੀਓਸੋਫੀਕਲ ਸੁਸਾਇਟੀ ਦਾ, ਬਟ ਇਹ ਫਾਊਂਡਰ ਨਹੀਂ ਸੀ, ਠੀਕ ਹੈ ਜੀ। ਇੱਕ ਵਾਰ ਇਹ ਵੰਸ ਦਾ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਰਹੇ ਸੀ। ਸੋ ਇਹ ਦੋਨੇ ਆਪਸ਼ਨਾਂ ਸਹੀ ਹੋ ਗਈਆਂ। ਸੋ ਆਪਣਾ B ਆਪਸ਼ਨ ਬਿਲਕੁਲ ਸਹੀ ਚੱਲੇਗਾ, ਠੀਕ ਹੈ ਜੀ। ਸੋ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਠੀਕ ਹੈ ਜੀ। ਨੈਕਸਟ ਆ ਗਿਆ, ਕਹਿੰਦਾ ਜੀ ਆਰਟੀਕਲ 50 ਆ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹ ਦੱਸੋ ਜੀ ਕਿਹਦੇ ਨਾਲ ਡੀਲ ਕਰਦਾ। ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ, ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ, ਜਾਂ ਪ੍ਰਮੋਸ਼ਨ ਕਰਦਾ ਵਾ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਦੀ, ਯੂਨੀਫਾਰਮ ਸਿਵਲ ਕੋਡ ਦੀ, ਠੀਕ ਹੈ ਜੀ। ਸੋ ਇਹ ਤੁਸੀਂ ਆਪਦੇ ਦਿਮਾਗ ਦੇ, ਮੈਂ ਪੇਪਰ ਇਹ ਸਾਰੇ ਕੁਐਸਚਨ ਮੇਰੇ ਕਰਵਾਏ ਹੋਏ ਨੇ। ਅਗਰ ਤੁਸੀਂ ਥਿਊਰੀ ਨਹੀਂ ਕੀਤੀ ਤਾਂ ਆਪਣੀ ਕਲਾਸ ਦੇ ਵਿੱਚ ਪੋਲਿਟੀ ਦੀਆਂ ਕਲਾਸਾਂ ਦੇਖੋ, ਬਹੁਤ ਚੰਗੇ ਤਰੀਕੇ ਦੇ ਨਾਲ ਆਪਾਂ ਕਰ ਰਹੇ ਹਾਂ। 16-17 ਕਲਾਸਾਂ ਹੋ ਚੁੱਕੀਆਂ ਨੇ। ਸੋ ਇਹ ਟੌਪਿਕ ਆਪਣੇ ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕੇ ਨੇ, ਠੀਕ ਹੈ ਜੀ। ਸੋ ਇਹਦੇ ਲਈ ਤੁਸੀਂ ਸੋਚ ਲਿਆ ਹੋਵੇਗਾ। ਸੋ ਇਹ ਬਿਲਕੁਲ ਸਹੀ ਚਲਾ ਗਿਆ। ਕਾਰਜਪਾਲਿਕਤਾ ਤੋਂ ਇਹ ਨਿਆਂਪਾਲਿਕਾ ਨੂੰ ਅਲੱਗ ਕਰਦਾ। ਆਰਟੀਕਲ 50 ਦੇ ਵਿੱਚ ਦਰਜ ਆ। ਅਗਰ ਤੁਹਾਨੂੰ ਪੁੱਛੇ ਕਿ ਆਰਟੀਕਲ 50 ਕਿਹੜੇ ਆਪਣੇ ਪਾਰਟ ਦੇ ਵਿੱਚ ਤਾਲੁਕ ਰੱਖਦਾ ਵਾ, ਇਹ ਆਰਟੀਕਲ ਆਪਣੇ ਸੰਵਿਧਾਨ ਦੇ ਪਾਰਟ 4 ਦੇ ਵਿੱਚ ਆ, ਠੀਕ ਹੈ ਜੀ। ਨੈਕਸਟ ਕਰਾਂਗੇ ਜੀ ਆਪਾਂ। ਕਹਿੰਦਾ ਜੀ ਮਨੀ ਬਿੱਲ ਨੇ ਜਿਹੜੇ ਇੰਟਰੋਡਿਊਸ ਹੁੰਦੇ ਨੇ ਸਟੇਟ ਲੈਜਿਸਲੇਚਰ ਦੇ ਵਿੱਚ ਵਿਦ ਦਾ ਪ੍ਰਾਇਰ ਕੰਸੈਂਟ ਆਫ, ਕਿਹਦੀ ਪੂਰਵ ਸਹਿਮਤੀ ਨਾਲ ਰਾਜ ਵਿਧਾਨ ਸਭਾ ਵਿੱਚ ਮਨੀ ਬਿੱਲ ਪੇਸ਼ ਕੀਤੇ ਜਾਂਦੇ ਨੇ।
ਹੁਣ ਇਹਨੂੰ ਤੁਸੀਂ ਬਹੁਤ ਧਿਆਨ ਨਾਲ ਕਰਨਾ, ਕਿਉਂਕਿ ਇੱਥੇ ਐਗਜ਼ਾਮੀਨਰ ਨੇ PPSC ਨੇ ਕਨਫਿਊਜ਼ ਕੀਤਾ ਸੀਗਾ, ਠੀਕ ਹੈ। ਬਹੁਤ ਸਾਰੇ ਬੱਚੇ ਇਹਦੇ ਵਿੱਚ ਪ੍ਰੈਜ਼ੀਡੈਂਟ ਲਾ ਕੇ ਆਏ ਹੋਣਗੇ, ਕਿਉਂਕਿ ਨਾ ਮਨੀ ਬਿੱਲ ਜਦੋਂ ਆਪਾਂ ਪੜ੍ਹਿਆ ਵਾ, ਕਿਉਂਕਿ ਮਨੀ ਬਿੱਲ ਸਿਰਫ ਸੈਂਟਰ ਦੇ ਵਿੱਚ ਨਹੀਂ ਇੰਸਟੀਟਿਊਟ ਹੁੰਦਾ ਵਾ, ਇਹ ਇੰਟਰੋਡਿਊਸ ਹੁੰਦਾ, ਇਹ ਸਟੇਟ ਲੈਜਿਸਲੇਚਰ ਦੇ ਵਿੱਚ ਵੀ ਹੁੰਦਾ ਵਾ, ਠੀਕ ਆ। ਸੋ ਇਹ ਮਨੀ ਬਿੱਲ ਦਾ ਉਹਨੇ ਸਟੇਟ ਲੈਜਿਸਲੇਚਰ ਪੁੱਛਿਆ, ਠੀਕ ਆ। ਸਟੇਟ ਲੈਜਿਸਲੇਚਰ ਦੇ ਵਿੱਚ ਕਿਹਦੇ ਪ੍ਰਾਇਰ ਕੰਸੈਂਟ ਤੋਂ ਹੁੰਦਾ ਵਾ, ਇਹ ਹੁੰਦਾ ਜੀ ਗਵਰਨਰ ਦੇ, ਠੀਕ ਆ ਜੀ, ਇਹ ਯਾਦ ਕਰਨਾ। ਸੋ ਅਗਰ ਉਹ ਪੁੱਛੇ ਆਪਾਂ ਨੂੰ ਸੈਂਟਰ ਦੇ ਵਿੱਚ, ਜਿਹੜੇ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਠੀਕ ਆ, ਪਾਰਲੀਮੈਂਟ ਦੇ ਵਿੱਚ ਵੀ, ਲੋਕ ਸਭਾ ਦੇ ਵਿੱਚ ਮਨੀ ਬਿੱਲ ਕਿੱਥੇ ਆਪਣਾ ਇੰਟਰੋਡਿਊਸ ਕੀਤਾ ਜਾਂਦਾ, ਤਾਂ ਉਹ ਪ੍ਰੈਜ਼ੀਡੈਂਟ ਦੀ ਕੰਸੈਂਟ ਦੇ ਨਾਲ ਆਪਣਾ ਸੈਂਟਰ ਦੇ ਵਿੱਚ, ਲੋਕ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਵਾ। ਤੇ ਜਿਹੜਾ ਇਹ ਮਨੀ ਬਿੱਲ ਹੁੰਦਾ ਵਾ, ਠੀਕ ਆ ਜੀ, ਇਹ ਦੱਸਣਾ ਕਿ ਇਹ ਆਪਣਾ ਮਨੀ ਬਿੱਲ ਹੈ ਜਾਂ ਫਾਈਨੈਂਸ਼ੀਅਲ ਬਿੱਲ ਹੈ ਜਾਂ ਕੋਈ ਹੋਰ ਆਰਡੀਨਰੀ ਬਿੱਲ ਹੈ, ਇਹ ਦੱਸਣ ਦਾ ਕੰਮ ਹੁੰਦਾ ਵਾ ਲੋਕ ਸਭਾ ਦੇ ਸਪੀਕਰ ਦਾ, ਠੀਕ ਆ ਜੀ। ਸੋ ਇਹ ਵੀ ਤੁਸੀਂ ਕਰ ਲੈਣਾ। ਨੈਕਸਟ ਆ ਗਿਆ ਜੀ, ਆ ਦੇਖੋ ਜੀ, ਇਹ ਵੀ ਮੈਂ ਐਡ ਕਰਦਾ ਕਿ ਪਾਰਲੀਮੈਂਟ ਮਨੀ ਬਿੱਲ ਕੈਨ ਵੀ ਇੰਟਰੋਡਿਊਸ ਇਨ ਲੋਕ ਸਭਾ, ਠੀਕ ਹੈ। ਪਾਰਲੀਮੈਂਟ ਦੇ ਵਿੱਚ ਜਦੋਂ ਸੈਂਟਰ ਦੇ ਵਿੱਚ, ਲੋਕ ਸਭਾ ਦੇ ਵਿੱਚ ਹੁੰਦਾ ਪ੍ਰੈਜ਼ੀਡੈਂਟ ਦੇ ਨਾਲ, ਇੱਥੇ ਗਵਰਨਰ ਆ ਜਾਊਗਾ, ਠੀਕ ਹੈ। ਕਿਉਂਕਿ ਨਾ ਇਹਦੇ ਵਿੱਚ ਅਗਰ ਮੈਂ ਤੁਹਾਨੂੰ ਕਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਕਾਰਜ ਹੁੰਦੇ ਨੇ, ਜਿਹੜੇ ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਕਰਦਾ ਵਾ, ਉਹ ਜ਼ਿਆਦਾਤਰ ਕਾਰਜ ਜਿਹੜੇ ਨੇ ਸਟੇਟ ਦੇ ਵਿੱਚ ਗਵਰਨਰ ਰੋਲ ਅਦਾ ਕਰਦਾ, ਠੀਕ ਹੈ ਜੀ। ਉਹਦੇ ਵਿੱਚ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ, ਠੀਕ ਹੈ ਜੀ। ਹੁਣ ਆਪਣਾ ਨੈਕਸਟ ਕੁਐਸਚਨ ਆ ਗਿਆ, ਇਹ ਵੀ ਆਪਣੇ ਕੁਐਸਚਨ ਸਾਰੇ ਕੀਤੇ ਹੋਏ ਨੇ, ਠੀਕ ਹੈ। ਸੋ ਤੁਸੀਂ ਇਹ ਆਪਣੀਆਂ ਕਲਾਸਾਂ ਦੇ ਵਿੱਚ ਕਰ ਸਕਦੇ ਹੋ, ਸੋ ਆਪਾਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗੇ। ਕਹਿੰਦਾ ਜੀ ਪ੍ਰੈਂਬਲ ਜਿਹੜਾ ਵਾ, ਇਹਦੇ ਵਿੱਚ ਦੱਸੋ ਇੰਡੀਆ ਨੂੰ ਕੀ ਇਹਨਾਂ ਨੇ ਉਹ ਕੀਤਾ ਵਾ, ਠੀਕ ਆ। ਇਹ ਇੱਕ ਆਪਣਾ ਸੋਵਰਨ ਡੈਮੋਕ੍ਰੇਟਿਕ ਜਾਂ ਰਿਪਬਲਿਕ ਦੇਸ਼ ਆ, ਠੀਕ ਆ ਜੀ। ਸੋਸ਼ਲਿਸਟ ਡੈਮੋਕ੍ਰੇਟਿਕ ਰਿਪਬਲਿਕ ਆ, ਸੋਵਰਨ ਆ, ਸੋਸ਼ਲਿਸਟ ਆ, ਸੈਕੂਲਰ ਆ, ਆਪਣਾ ਡੈਮੋਕ੍ਰੇਟਿਕ, ਸੈਕੂਲਰ ਡੈਮੋਕ੍ਰੇਟਿਕ ਜਾਂ ਰਿਪਬਲਿਕ ਆ, ਠੀਕ ਆ ਜੀ। ਸੋ ਇਹਦੇ ਵਿੱਚ ਆਪਣਾ ਇੱਕ ਜਾਂ ਫੈਡਰਲ ਆ, ਡੈਮੋਕ੍ਰੇਟਿਕ ਜਾਂ ਰਿਪਬਲਿਕ ਆ। ਸੋ ਇਹ ਤੁਸੀਂ ਸੋਚ ਲਿਆ ਹੋਵੇਗਾ, ਸੋ ਇਹ ਕਰ ਚੁੱਕੇ ਹੋਵੋਗੇ ਤੁਸੀਂ। ਸੋ ਸੀ ਸਾਡਾ ਬਿਲਕੁਲ ਸਹੀ ਚੱਲੇਗਾ, ਠੀਕ ਆ। ਇੱਕ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ ਤੇ ਧਰਮ ਨਿਰਪੱਖ ਤੇ ਲੋਕਤੰਤਰੀ ਗਣਰਾਜ ਆ, ਠੀਕ ਆ ਜੀ। ਸੋ ਇੱਧਰ ਹੋ ਗਿਆ ਇਹ PDF ਦੇ ਵਿੱਚ ਆਪਾਂ ਸਹੀ ਕਰ ਦਾਂਗੇ ਇਸ ਤੋਂ ਬਾਅਦ। 6 ਨੰਬਰ ਆ PPSC ਦਾ ਫੇਵਰੇਟ ਕੁਐਸਚਨ ਹੈ, ਚਾਹੇ ਤੁਸੀਂ SS ਬੋਰਡ ਚੱਕ ਲਓ, ਚਾਹੇ ਤੁਸੀਂ PPSC ਚੱਕ ਲਓ। PPSC ਲਗਭਗ ਹਰੇਕ ਦੂਜੇ ਤੀਜੇ ਪੇਪਰ ਦੇ ਵਿੱਚ ਇਹ ਰਿਪੀਟ ਕਰ ਰਿਹਾ 2016 ਤੋਂ ਬਾਅਦ, ਠੀਕ ਆ ਜੀ। ਸੋ ਰੋਵਲਟ ਐਕਟ ਉਹਨਾਂ ਨੇ ਪੁੱਛਿਆ ਜੀ ਕਿ ਇਹਦਾ ਉਦੇਸ਼ ਕੀ ਸੀ, ਦੱਸੋ ਜੀ। ਕੀ ਇਹ ਕੰਪਲਸਰੀ ਇਕਨੋਮਿਕ ਸਪੋਰਟ ਕਰ ਰਿਹਾ ਸੀ ਵਾਰ ਅਫੋਰਡ ਦੇ, ਜਾਂ ਇਹ ਇੰਪੈਰਿਜ਼ਮੈਂਟ ਕਰ ਰਿਹਾ ਸੀ ਆਪਣਾ ਟ੍ਰਾਇਲ ਐਂਡ ਸਮਰੀ ਪ੍ਰੋਸੀਜਰ ਫॉर ਟ੍ਰਾਇਲ, ਜਾਂ ਇਹ ਸਪਰੈਸ਼ਨ ਕਰ ਰਿਹਾ ਸੀਗਾ ਆਪਣਾ ਖਿਲਾਫਤ ਮੂਵਮੈਂਟ ਦੇ, ਜਾਂ ਇਹ ਰਿਸਟ੍ਰਿਕਟ ਕਰ ਰਿਹਾ ਸੀ ਫਰੀडम ਆਫ ਪ੍ਰੈਸ ਨੂੰ। ਸੋ ਇਹਦੇ ਲਈ ਤੁਸੀਂ ਬਹੁਤ ਵਾਰ ਕੀਤਾ ਹੋਵੇਗਾ ਕਿ ਰੋਵਲਟ ਐਕਟ ਕਦੋਂ ਆਇਆ ਸੀ, 1919 ਦੇ ਵਿੱਚ ਆਇਆ ਸੀ। ਸੋ ਇਹ ਬਿਨਾਂ ਮੁਕੱਦਮੇ ਦੇ ਕੈਦ ਅਤੇ ਮੁਕੱਦਮੇ ਲਈ ਸੀ, ਠੀਕ ਹੈ। ਬਿਨਾਂ ਮੁਕੱਦਮੇ ਦੇ ਕੈਦ, ਬਿਨਾਂ ਮੁਕੱਦਮੇ ਦੇ ਮੁਕੱਦਮੇ ਤੋਂ ਬਿਨਾਂ ਹੀ ਟ੍ਰਾਇਲ ਚਲਾਇਆ ਜਾ ਸਕਦਾ ਸੀ, ਠੀਕ ਹੈ। ਇਹਦੇ ਤੇ ਸੋ ਤੁਸੀਂ ਕਰ ਲੈਣਾ। ਮੈਂ ਨੈਕਸਟ ਕਰਦੇ ਹਾਂ ਜੀ ਆਪਾਂ। ਕਹਿੰਦਾ ਵਿਚ ਵਨ ਆਫ ਦਾ ਫੋਲੋਇੰਗ ਫੇਅਰਸ ਇਜ਼ ਹੈਲਡ ਇਨ ਆਨਰ ਆਫ ਦਾ ਗੋਡੈਸ ਸੀਤਲਾ ਇਨ ਪੰਜਾਬ, ਠੀਕ ਹੈ ਜੀ। ਪੰਜਾਬ ਦੇ ਵਿੱਚ ਸੀਤਲਾ ਦੇਵੀ ਦੇ ਸਨਮਾਨ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਮੇਲਾ ਲਗਾਇਆ ਜਾਂਦਾ, ਇਹ ਜਰਗ ਦਾ ਮੇਲਾ ਹੈ, ਠੀਕ ਹੈ ਜੀ। ਸੋ ਇਹ ਤੁਸੀਂ ਕਰ ਲੈਣਾ ਵਾ। ਨੈਕਸਟ 8 ਨੰਬਰ ਆ ਗਿਆ ਸਾਡਾ। ਕਹਿੰਦਾ ਇਹਨਾਂ ਦੇ ਜੋ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਸੰਗੀਤ ਯੰਤਰਾਂ ਵਿੱਚੋਂ ਕਿਹੜੇ ਇੱਕ ਵਿੱਚ ਲੱਕੜ ਦੀ ਬੰਸਰੀ ਦੀ ਜੋੜੀ ਹੁੰਦੀ ਆ, ਸਰੰਗੀ 'ਚ ਹੁੰਦੀ ਆ, ਬਗੁੱਚੂ ਦੇ ਵਿੱਚ ਹੁੰਦੀ ਆ, ਅਲਗੋਜ਼ਾ ਦੇ ਵਿੱਚ ਹੁੰਦੀ ਆ, ਜਾਂ ਰਬਾਬ ਦੇ ਵਿੱਚ ਹੁੰਦੀ ਆ। ਸੋ ਇਹਨਾਂ ਤੁਸੀਂ ਜੀ ਦੇਖੋ, ਆਪਦਾ ਤੁਹਾਨੂੰ 4-5 ਸੈਕਿੰਡ ਦਿੰਦੇ ਆ ਕਿ ਕਿੰਨਾ ਟਾਈਮ ਦੇ ਵਿੱਚ ਤੁਸੀਂ ਕਰਦੇ ਹੋ ਇਹਨੂੰ, ਠੀਕ ਹੈ ਜੀ। ਸੋ ਅਲਗੋਜ਼ਾ ਦੇ ਵਿੱਚ ਇਹ ਹੁੰਦੀ ਆ। ਸੋ ਇਹ ਵੀ ਪੇਪਰ ਦੇ ਵਿੱਚ ਰਿਪੀਟ ਹੋ ਸਕਦਾ ਵਾ, ਕਿਉਂਕਿ ਇਦਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ PPSC ਪੁੱਛ ਲੈਂਦਾ ਵਾ, ਠੀਕ ਹੈ। ਇਹ ਪੰਜਾਬ GK ਦੇ ਵਿੱਚੋਂ ਆ ਜਾਂਦਾ। ਨੈਕਸਟ ਆ ਗਿਆ ਜੀ ਸਾਡਾ। ਕਹਿੰਦਾ ਜੀ ਮਿਲਕ ਟੇਸਟ ਸੋਰ, ਮਿਲਕ ਸੋਰ ਹੋ ਜਾਂਦਾ ਵਾ ਜਦੋਂ ਇਹਨੂੰ ਆਪਾਂ ਓਪਨ ਰੱਖਦੇ ਹਾਂ ਕੁਛ ਟਾਈਮ ਲਈ, ਡਿਊ ਟੂ ਫਾਰਮੇਸ਼ਨ ਆਫ, ਦੱਸੋ ਜੀ ਇਹ ਕਿਹਦੇ ਕਰਕੇ ਹੁੰਦਾ, ਕਾਰਬੋਨਿਕ ਐਸਿਡ ਨਾਲ ਹੁੰਦਾ, ਸਿਟਰਿਕ ਨਾਲ ਹੁੰਦਾ, ਲੈਕਟਿਕ ਨਾਲ ਹੁੰਦਾ, ਜਾਂ ਮੈਲਿਕ ਦੇ ਨਾਲ ਹੁੰਦਾ ਵਾ, ਦੱਸੋ ਜੀ। ਹੁਣ ਤੁਸੀਂ ਸੋਚ ਲਓ ਇਹਨੂੰ, 4-5 ਸੈਕਿੰਡ ਸੋਚੋ ਕਿ ਇਹਦਾ ਕਿਹੜਾ ਆਨਸਰ ਬਣ ਸਕਦਾ ਵਾ। ਸੋ ਇਹਦਾ ਕਰੈਕਟ ਆਨਸਰ ਹੈ ਲੈਕਟਿਕ ਐਸਿਡ, ਠੀਕ ਆ। ਸੋ ਜਿਹੜਾ ਦੁੱਧ ਤੋਂ ਦਹੀਂ ਬਣਦਾ ਵਾ, ਇਹ ਵੀ ਲੈਕਟਿਕ ਐਸਿਡ ਦੇ ਨਾਲ ਹੀ ਬਣਦਾ ਵਾ, ਠੀਕ ਹੈ ਜੀ। ਨੈਕਸਟ ਆ ਗਿਆ ਸਾਡਾ। ਕਹਿੰਦਾ ਜੀ ਇਹਨਾਂ ਦਾ ਸੋ ਸਟੇਟ ਰਿਕੋਗਨਾਈਜੇਸ਼ਨ ਕਮਿਸ਼ਨ ਅਪਾਇੰਟ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ, ਠੀਕ ਹੈ ਜੀ। ਉਹ ਕਦੋਂ ਕੀਤਾ ਸੀ? ਸਟੇਟ ਰਾਜਾਂ ਦੇ ਪੁਨਰਗਠਨ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ ਸੀ? 53 'ਚ ਕੀਤੀ ਸੀ, 1900 'ਚ, ਜਾਂ 1955 'ਚ, 1954 'ਚ, ਜਾਂ 1947 'ਚ। ਸੋ ਤੁਸੀਂ ਦੇਖੋ ਕਿ ਕਿਹੜਾ ਸਹੀ ਹੋ ਸਕਦਾ ਵਾ ਇਹਦੇ ਵਿੱਚ। ਆਪਦਾ ਤੁਹਾਨੂੰ 4-5 ਸੈਕਿੰਡ ਹੋ ਗਏ ਨੇ, ਤੁਸੀਂ ਆਪਣੇ ਮਾਈਂਡ 'ਚ ਸੋਚ ਲਿਆ ਹੋਊਗਾ। ਸੋ 1953 ਦੇ ਵਿੱਚ ਆ, ਠੀਕ ਆ। ਸੋ ਇੱਕ ਮੈਂ ਤੁਹਾਨੂੰ ਹੋਰ ਕੁਐਸਚਨ ਪੁੱਛਦਾ, ਤੁਸੀਂ ਕੁਐਸਚਨ ਦਾ ਆਨਸਰ ਦੇਣਾ ਮੈਂ ਕਮੈਂਟ ਬਾਕਸ ਦੇ ਕਿ ਭਾਸ਼ਾ ਦੇ ਆਧਾਰ 'ਤੇ ਭਾਰਤ ਦਾ ਕਿਹੜਾ ਰਾਜ ਸਭ ਤੋਂ ਪਹਿਲਾਂ ਫਾਰਮੇਸ਼ਨ ਹੋਈ ਸੀ, ਠੀਕ ਆ। ਸੋ ਤੁਸੀਂ ਦੱਸਣਾ ਵਾ ਕਮੈਂਟ ਬਾਕਸ। ਪੈਪਸੂ ਦਾ ਜਿਹੜਾ ਫਾਰਮਲੀ ਹੋਇਆ ਸੀ ਸਟੇਟ, ਠੀਕ ਆ, ਪੈਪਸੂ ਬਣੀ ਸੀ, ਠੀਕ ਆ ਜੀ। ਉਹਦੇ ਵਿੱਚ ਕਿੰਨੀਆਂ ਈਸਟ ਪੰਜਾਬ ਦੀਆਂ ਪ੍ਰਿੰਸਲੀ ਸਟੇਟਸ ਸੀਗੀਆਂ? 6 ਸੀਗੀਆਂ, 7 ਸੀ, 8 ਸੀ। ਇਹ ਤਾਂ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ। ਸੋ ਇਹ PPSC 'ਚ ਵੀ ਰਿਪੀਟ ਹੁੰਦਾ, PSSS ਵਿੱਚ ਵੀ ਰਿਪੀਟ ਹੁੰਦਾ ਵਾ। ਸੋ 8 ਸਟੇਟ ਸੀ। 1948 ਦੇ ਵਿੱਚ ਪੈਪਸੂ ਦੀ ਸਥਾਪਨਾ ਹੋਈ ਸੀ, ਤੇ 1956 ਦੇ ਵਿੱਚ ਇਹਨੂੰ ਉਹਦੇ ਵਿੱਚ ਮਿਲਾ ਦਿੱਤਾ ਗਿਆ ਸੀ, ਠੀਕ ਹੈ, ਪੰਜਾਬ ਦੇ ਵਿੱਚ। ਨੈਕਸਟ ਕਰਾਂਗੇ ਜੀ ਆਪਾਂ। ਆਹ ਦੇਖੋ ਜੀ, ਹੁਣ ਆਹ ਕੁਐਸਚਨ ਮੈਂ ਤਾਂ ਐਡ ਕੀਤਾ, ਇਹ ਲਗਭਗ ਤੁਸੀਂ ਚੱਕ ਕੇ ਦੇਖ ਲਓ 2018 ਤੇ 19 ਤੇ 20 ਦੇ ਪੇਪਰ ਦੇਖ ਲਓ, 2 ਤੋਂ 3 ਵਾਰ ਰਿਪੀਟ ਹੋਇਆ ਕੁਐਸਚਨ ਆ। ਸਿਲੀਕੋਸ ਇਜ਼ ਏ, ਸਿਲੀਕੋਸ ਕੀ ਆ? ਇਹ ਕਿਡਨੀ ਦੀ ਬਿਮਾਰੀ ਆ, ਗੁਰਦੇ ਦੀ ਮਤਲਬ ਲੀਵਰ ਦੀ ਆ, ਜਿਗਰ ਦੀ ਆ,
ਜਾਂ ਲੰਗ ਡਿਜ਼ੀਜ਼ ਆ ਫੇਫੜਿਆਂ ਦੀ ਬਿਮਾਰੀ ਆ ਜਾਂ ਨਿਊਰੋਲੋਜੀਕਲ ਵਿਕਾਰ ਆ। ਠੀਕ ਹੈ ਜੀ, ਦੇਖੋ ਹੁਣ ਤੁਸੀਂ ਕਰੋ ਇਹ ਲਗਭਗ 3 ਵਾਰ ਰਿਪੀਟ ਹੋ ਚੁੱਕਿਆ। ਲਾਸਟ 4 ਸਾਲਾਂ ਦੇ ਵਿੱਚ 3 ਵਾਰ PPSC ਨੇ ਰਿਪੀਟ ਕੀਤਾ ਇਹ ਕੁਐਸਚਨ। ਤੁਸੀਂ ਦੇਖ ਲਓ ਕਿ ਕਿੰਨਾ ਇੰਪੋਰਟੈਂਟ ਕੁਐਸਚਨ ਹੋਏਗਾ। ਸੋ ਇਹ ਆਪਣੀ ਫੇਫੜਿਆਂ ਦੀ ਬਿਮਾਰੀ ਆ। ਠੀਕ ਆ, ਲੰਗ ਡਿਜ਼ੀਜ਼, ਇਹਨੂੰ ਤੁਸੀਂ ਰਟਣਾ। ਇਹ ਵਾਲੇ ਕੁਐਸਚਨ ਨੇ ਨਾ, ਵੈਸੇ ਤਾਂ ਤੁਸੀਂ ਜੋ ਵੀ ਇੱਦਾਂ ਨਹੀਂ ਮੈਂ ਕਹਿੰਦਾ ਕਿ ਤੁਹਾਡੇ ਸਾਰੇ ਕੁਐਸਚਨ ਇਹਦੇ ਵਿੱਚੋਂ ਹੀ ਕਵਰ ਹੋ ਜਾਣਗੇ, ਵੈਸੇ ਤੁਸੀਂ ਸਾਰਾ ਪੜ੍ਹ ਚੁੱਕੇ ਹੋਵੋਗੇ। ਇਹ ਸਿਰਫ ਲਾਸਟ ਮੂਮੈਂਟ ਦੇ ਉੱਤੇ ਆਪਾਂ ਰਿਵੀਜ਼ਨ ਕਰ ਰਹੇ ਹਾਂ ਕਿ ਅਗਰ ਇਹਦੇ ਵਿੱਚੋਂ ਕੋਈ ਕੁਐਸਚਨ ਰਿਪੀਟ ਹੁੰਦਾ ਵਾ ਤਾਂ ਤੁਹਾਡੇ ਨਾਲ ਹੀ ਦਿਮਾਗ ਦੇ ਵਿੱਚ ਆ ਜਾਵੇ। ਇਹਨਾਂ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਭਾਰਤੀ ਸੁਤੰਤਰਤਾ ਸੰਗਰਾਮ ਦੇ ਸੰਦਰਭ ਵਿੱਚੋਂ ਜਿਹੜਾ ਪ੍ਰਸਿੱਧ ਜਿਹੜਾ ਆਪਣਾ ਸੀਗਾ 3 ਜੂਨ ਪਲਾਨ ਕਿਹਨੂੰ ਕਿਹਾ ਜਾਂਦਾ ਵਾ? ਕੈਬਨਿਟ ਮਿਸ਼ਨ ਪਲਾਨ ਆ, ਰਾਜਾ ਗੋਪਾਲਚਾਰੀਆ ਫਾਰਮੂਲਾ ਵਾ, ਵੈਵਲ ਪਲਾਨ ਆ ਜਾਂ ਆਪਣਾ ਮਾਊਂਟ ਬੈਟਨ ਪਲਾਨ ਆ? ਦੱਸੋ ਜੀ ਇਹ। ਸੋ ਤੁਸੀਂ ਸੋਚ ਲਿਆ ਹੋਏਗਾ ਕਿ ਇਹ ਕਿਹੜਾ ਪਲਾਨ ਹੈ। ਸੋ ਇਹ ਆਪਣਾ ਮਾਊਂਟ ਬੈਟਨ ਪਲਾਨ ਹੈ, ਜਿਹੜਾ ਕਿ 3 ਜੂਨ 1947 ਨੂੰ ਭਾਰਤ ਦੇ ਵਿੱਚ ਆਇਆ ਸੀ ਕਿ ਭਾਰਤ ਨੂੰ ਆਜ਼ਾਦੀ ਦਿੱਤੀ ਜਾਏਗੀ। ਠੀਕ ਹੈ ਜੀ, ਸੋ ਭਾਰਤ ਨੂੰ ਆਜ਼ਾਦ ਕਰ ਦਿੱਤਾ ਜਾਏਗਾ ਅਤੇ ਇਹਦੀ ਫੋਰਮੇਸ਼ਨ ਹੋਏਗੀ ਭਾਰਤ ਤੇ ਪਾਕਿਸਤਾਨ ਦੇ ਵਿੱਚ। ਨੈਕਸਟ ਆ ਗਿਆ ਜੀ ਸਾਡਾ। ਸੋ ਇਹਦੇ ਵਿੱਚ ਮੋਸਟ ਆਫ ਦੀ ਸਿਲੇਬਸ ਆਪਣਾ ਕਵਰ ਹੋ ਚੁੱਕਿਆ ਵਾ। ਉਹਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾ ਰਹੇ ਸੀ ਜਿਹੜੇ ਪਿਛਲੇ PPSC ਦੇ ਪੇਪਰ ਦਾ ਜਿਹੜਾ ਵੀ ਸਿਲੇਬਸ ਆਪਾਂ ਕਵਰ ਕੀਤਾ ਉਹਦੇ ਵਿੱਚੋਂ ਹੀ ਆ ਰਹੇ ਨੇ। ਸੋ ਅਗਰ ਤੁਸੀਂ ਥਿਊਰੀ ਪੜ੍ਹੋਗੇ ਤਾਂ ਕੋਈ ਵੀ ਕੁਐਸਚਨ ਤੁਹਾਨੂੰ ਬਾਹਰੋਂ ਨਹੀਂ ਜਾਏਗਾ। ਸੋ ਜ਼ਿਆਦਾ ਤੁਹਾਨੂੰ MCQ ਕਰਨ ਦੀ ਵੀ ਜ਼ਰੂਰਤ ਨਹੀਂ ਪਏਗੀ। ਕਹਿੰਦਾ ਜੀ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਭਾਰਤ ਦਾ ਸੰਵਿਧਾਨ ਆ, ਇਹਨਾਂ ਦੇ ਵਿੱਚੋਂ ਕਿਹੜੀਆਂ 3 ਟਾਈਪਸ ਦੀਆਂ ਸਰਵਿਸ ਦਿੰਦੀਆਂ ਹਨ? ਨੇਵੀ ਦੀ, ਏਅਰ ਫੋਰਸ ਤੇ ਆਰਮੀ ਦੀ ਦਿੰਦਾ, ਸਿਵਲ ਮਿਲਟਰੀ ਐਂਡ ਪੈਰਾਮਿਲਟਰੀ ਦੀ ਦਿੰਦਾ ਜਾਂ ਆਲ ਇੰਡੀਆ ਸਰਵਿਸਿਜ਼, ਸੈਂਟਰਲ ਸਰਵਿਸ ਤਾਂ ਸਟੇਟ ਸਰਵਿਸਿਜ਼? ਦੱਸੋ ਜੀ, ਜਾਂ ਨਨ ਆਫ ਦੀ ਅਬਵ। ਤੁਸੀਂ ਸੋਚੋ ਜੀ, 5-6 ਸੈਕਿੰਡ ਤੁਹਾਨੂੰ ਦਿੰਦੇ ਆ। ਸੋ ਤੁਸੀਂ ਸੋਚ ਲਿਆ ਹੋਏਗਾ ਕਿ ਕਿਹੜੀਆਂ 3 ਤਰ੍ਹਾਂ ਦੀਆਂ ਸਰਵਿਸਿਜ਼ ਦਿੰਦਾ। ਸੋ ਆਲ ਇੰਡੀਆ ਸਰਵਿਸਿਜ਼, ਸੈਂਟਰਲ ਸਰਵਿਸ ਤੇ ਸਟੇਟ ਸਰਵਿਸਿਜ਼ ਦਿੰਦਾ ਵਾ। ਠੀਕ ਹੈ ਜੀ, ਸੋ ਇਹ 14 ਨੰਬਰ ਹੋ ਗਿਆ ਜੀ ਆਪਣਾ। ਕਹਿੰਦਾ ਜੀ ਖਡੂਰ ਸਾਹਿਬ ਦੀ ਫਾਊਂਡ ਕੀਤਾ ਸੀ ਕਿਹੜੇ ਸਿੱਖ ਗੁਰੂ ਸਾਹਿਬਾਨ ਜੀ ਨੇ ਕੀਤਾ ਸੀ? ਇਹਨਾਂ ਦੇ ਵਿੱਚੋਂ ਖਡੂਰ ਸਾਹਿਬ ਦੀ। ਸੋ ਇਹ ਵੀ ਤੁਸੀਂ ਕਰ ਸਕਦੇ ਹੋ। ਇਹ ਆਪਣਾ ਆ ਗਿਆ ਜੀ ਗੁਰੂ ਅੰਗਦ ਦੇਵ ਜੀ। ਬਿਲਕੁਲ ਕਰੈਕਟ ਚਲਿਆ ਜਾਂਦਾ ਵਾ। ਇਹ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ। ਇੱਕ ਤੁਹਾਨੂੰ ਹੋਰ ਕੁਐਸਚਨ ਮੈਂ ਪੁੱਛ ਲਵਾਂ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਕਿ ਗੁਰਮੁਖੀ ਭਾਸ਼ਾ ਵਾ ਜਿਹੜੀ ਗੁਰਮੁਖੀ ਲਿਪੀ ਆ। ਠੀਕ ਹੈ ਜੀ, ਗੁਰਮੁਖੀ ਇੱਕ ਲਿਪੀ ਆ। ਗੁਰਮੁਖੀ ਲਿਪੀ ਦੀ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਆ ਉਹਦੀ ਸਥਾਪਨਾ ਕਿਹਨੇ ਕੀਤੀ ਸੀ? ਠੀਕ ਹੈ ਜੀ, ਸੋ ਕਿਹਨੇ ਇਹਨੂੰ ਇੰਟਰੋਡਿਊਸ ਕੀਤਾ ਸੀ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ। ਦੇਖੋ ਜੀ, ਆਹ ਕੁਐਸਚਨ ਆ ਨਾ ਜਿਹੜਾ ਆਹ ਕੁਐਸਚਨ, ਇਦਾਂ ਦੇ ਕੁਐਸਚਨ PPSC ਹੁਣ ਜ਼ਿਆਦਾਤਰ ਇਦਾਂ ਦੇ ਕੁਐਸਚਨ ਪੁੱਛਣ ਲੱਗ ਗਿਆ ਵਾ ਕਿ ਜ਼ਿਆਦਾਤਰ ਥੋੜੀ ਜੀ ਸਟੇਟਮੈਂਟ ਵੀ ਪਾ ਸਕਦਾ ਤੇ ਥੋੜੀ ਜੀ ਆਰਡਰ ਵਾਈਜ਼ 4 ਆਪਸ਼ਨ ਦੇ ਕੇ ਪੁੱਛੂਗਾ ਕਿ ਇਹਨਾਂ ਦੇ ਵਿੱਚੋਂ ਕਰੈਕਟ ਕਰਨੋਲੋਜੀਕਲ ਆਰਡਰ ਮਤਲਬ ਈਅਰ ਵਾਈਜ਼ ਤੇ ਡੇਟ ਵਾਈਜ਼ ਲਾਓ। ਹੁਣ ਦੇਖੋ ਜੀ, ਇਹਨਾਂ ਨੇ ਲਿਖਤਾ ਜੀ ਇੱਕ ਰੋਵਲਟ ਐਕਟ ਬਾਰੇ ਦੱਸੋ, ਖੇੜਾ ਮੂਵਮੈਂਟ ਦੱਸੋ, ਚੰਪਾਰਨ ਸੱਤਿਆਗ੍ਰਹਿ ਦੱਸੋ, ਅਹਿਮਦਾਬਾਦ ਸਟ੍ਰਾਈਕ ਬਾਰੇ ਦੱਸੋ। ਠੀਕ ਹੈ ਜੀ, ਸੋ ਇਹੋ ਜਿਹੇ ਕੁਐਸਚਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੋਏਗਾ? ਸਭ ਤੋਂ ਪਹਿਲਾਂ ਤੁਸੀਂ ਕਰ ਲੈਣਾ ਕਿ ਇਹ ਮੈਂ ਤੁਹਾਨੂੰ ਕਰਵਾ ਹੀ ਦਿੰਦਾ ਕਿਉਂਕਿ ਵੈਸੇ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿਵੇਂ। ਦੇਖੋ ਜੀ, ਇੱਦਾਂ ਦੇ ਕੁਐਸਚਨ ਹੈ ਨਾ, ਤੁਸੀਂ ਪਹਿਲਾਂ ਡੇਟਸ ਦੇਖ ਲਿਆ ਕਰੋ। ਡੇਟਸ ਸਭ ਤੋਂ ਪਹਿਲਾਂ ਤੁਸੀਂ ਆਪਸ਼ਨ ਚੈੱਕ ਕਰਨੀਆਂ। ਤੁਹਾਡੇ ਇਹਨਾਂ ਦੇ ਵਿੱਚੋਂ ਕੋਈ ਇੱਕ ਤੁਹਾਨੂੰ ਯਾਦ ਹੋਏਗਾ। ਮੰਨ ਲਓ ਤੁਹਾਨੂੰ ਯਾਦ ਹੋ ਗਿਆ ਜੀ ਸਾਡਾ ਰੋਵਲਟ ਐਕਟ, ਤੁਹਾਨੂੰ ਪਤਾ ਵਾ ਕਿ ਰੋਵਲਟ ਐਕਟ 1919 ਈਸਵੀ ਦੇ ਵਿੱਚ ਆਇਆ ਸੀ। ਠੀਕ ਹੈ ਜੀ, ਸੋ 1919 ਦੇ ਵਿੱਚ ਆਇਆ, ਤੁਹਾਨੂੰ ਪਤਾ ਲੱਗ ਗਿਆ। ਇਹਦੇ ਵਿੱਚੋਂ ਦੇਖੋ ਕਿ ਇੱਕ ਦੇ ਉੱਤੇ ਲਾਸਟ ਦੇ ਉੱਤੇ ਕਿਹੜਾ ਆ ਰਿਹਾ ਵਾ। ਠੀਕ ਆ, ਇੱਕ ਦੇ ਜਾਂ ਤੁਹਾਨੂੰ ਪਹਿਲਾਂ ਯਾਦ ਹੋਏਗਾ। ਮੰਨ ਲਓ ਤੁਹਾਨੂੰ ਪਹਿਲਾਂ ਚੰਪਾਰਨ ਸੱਤਿਆਗ੍ਰਹਿ ਯਾਦ ਹੋਊਗਾ ਕਿ ਚੰਪਾਰਨ ਸੱਤਿਆਗ੍ਰਹਿ ਲੈ ਲੈਂਦੇ ਆਪਾਂ। ਠੀਕ ਆ, ਸੋ ਗਾਂਧੀ ਜੀ ਦਾ ਪਹਿਲਾ ਅੰਦੋਲਨ ਸੀਗਾ ਇਹ। ਠੀਕ ਆ ਜੀ, 1917 ਤੁਹਾਨੂੰ ਡੇਟ ਯਾਦ ਆ। ਠੀਕ ਆ, ਦੇਖੋ 1900 ਜਿਹੜਾ 3 ਨੰਬਰ ਦੇਖੋ ਜੀ, ਆ A ਤੇ B ਆ ਗਿਆ। ਠੀਕ ਆ, ਚਾਹੇ ਤੁਸੀਂ ਇਹਨੂੰ ਵੀ ਚੱਕ ਸਕਦੇ ਹੋ, ਕਿਸੇ ਨੂੰ ਵੀ ਕੋਈ ਵੀ ਇੱਕ ਡੇਟ ਜ਼ਿਆਦਾ ਉਹਨੂੰ ਡੇਟ ਵਾਈਜ਼ ਤੁਸੀਂ ਦੇਖ ਲਓਗੇ ਕਿਹਦੇ ਵਿੱਚ ਆ। C ਨੂੰ ਵੀ ਕੱਟ ਕਰ ਦਿਓ, D ਨੂੰ ਵੀ। ਇਹ ਐਲੀਮੀਨੇਟ ਹੋ ਗਈਆਂ ਆਪਸ਼ਨਸ, 2 ਰਹਿ ਗਈਆਂ ਉੱਪਰ। ਹੁਣ ਦੇਖੋ ਇਹਦੇ ਵਿੱਚ ਇਹਦਾ ਤੁਹਾਨੂੰ ਪਤਾ ਲੱਗਾ 17। ਹੁਣ ਟਾਈ ਦਾ ਸਿਚੁਏਸ਼ਨ ਕਿੱਥੇ ਆਉਂਦੀ ਆ ਜੀ? ਇਹਦੇ ਵਿੱਚ ਟਾਈ ਦੀ ਸਿਚੁਏਸ਼ਨ ਹੁੰਦੀ ਆ ਕਿ ਯਾਰ ਆਹ ਜਿਹੜਾ ਆਪਣਾ ਖੇੜਾ ਮੂਵਮੈਂਟ ਆ ਇਹ ਵੀ 1918 'ਚ ਹੋਇਆ ਸੀ ਤੇ ਅਹਿਮਦਾਬਾਦ ਸਟ੍ਰਾਈਕ ਵੀ 1918 'ਚ ਹੋਈ ਸੀ। ਇਹ ਵੀ ਗਾਂਧੀ ਜੀ ਦੇ ਅੰਦੋਲਨ ਸੀਗੇ ਤਿੰਨੇ। ਠੀਕ ਆ, ਰੋਵਲਟ ਐਕਟ ਜਿਹੜੀ ਮੂਵਮੈਂਟ ਹੋਈ ਸੀ ਇਹ ਹੋਈ ਸੀ, ਇਹ ਵੀ ਤੁਹਾਨੂੰ ਪਤਾ ਵਾ ਕਿ ਇਹ 1919 'ਚ ਹੋਈ ਸੀ। ਹੁਣ ਦੇਖੋ ਜੀ, ਇਹਦੇ ਵਿੱਚ ਆ ਇੱਕ ਤਾਂ ਹੋ ਗਿਆ। ਇਹਦੇ ਵਿੱਚ ਤੁਹਾਨੂੰ ਡੇਟਸ ਦਾ ਥੋੜਾ ਜਿਹਾ ਅਗਰ ਤੁਸੀਂ ਥਿਊਰੀ ਪੜ੍ਹੀ ਹੋਈ ਆ ਤਾਂ ਤੁਸੀਂ ਕਰ ਸਕੋਗੇ, ਨਹੀਂ ਤੁਹਾਨੂੰ ਇਹਨਾਂ ਦੋਨਾਂ 'ਚੋਂ ਤੁੱਕਾ ਮਾਰਨਾ ਪਏਗਾ। ਠੀਕ ਆ ਜੀ, ਸੋ ਇਹਦਾ ਕਰੈਕਟ ਆਨਸਰ ਸਾਡਾ ਬਣੇਗਾ ਕਿਉਂਕਿ ਜਿਹੜਾ ਅਹਿਮਦਾਬਾਦ ਸਟ੍ਰਾਈਕ ਮਿਲ ਸੀ ਇਹ ਪਹਿਲਾਂ ਹੋਈ ਸੀ ਤੇ ਖੇੜਾ ਮੂਵਮੈਂਟ ਬਾਅਦ ਚੋਂ ਹੋਈ ਸੀ। ਸੋ ਇਹਦਾ A ਆਪਸ਼ਨ ਤੁਹਾਡਾ ਸਹੀ ਹੋ ਜਾਏਗਾ। ਠੀਕ ਹੈ ਜੀ, ਸੋ ਇਹਦੇ ਵਿੱਚ ਕਈ ਵਾਰ ਉਹ ਡੇਟ ਵਾਈਜ਼ ਵੀ ਪੁੱਛ ਸਕਦੇ ਨੇ ਵੀ ਕਿਹੜਾ ਅੰਦੋਲਨ ਪਹਿਲਾਂ ਹੋਇਆ ਸੀ। ਸੋ ਦੂਜਾ ਅੰਦੋਲਨ ਸੀਗਾ ਅਹਿਮਦਾਬਾਦ ਸਟ੍ਰਾਈਕ ਜਿਹੜੀ ਹੋਈ ਸੀ। ਅਹਿਮਦਾਬਾਦ ਸਟ੍ਰਾਈਕ ਤੋਂ ਬਾਅਦ ਅਹਿਮਦਾਬਾਦ ਮਿਲ ਦੇ ਵਿੱਚ ਉੱਥੇ ਅੰਦੋਲਨ ਕੀਤਾ ਸੀ ਗਾਂਧੀ ਜੀ ਨੇ। ਠੀਕ ਹੈ ਜੀ, ਜਿੱਥੇ ਕਿ ਭੁੱਖ ਹੜਤਾਲ ਨੂੰ ਉਹਨਾਂ ਨੇ ਆਪਦਾ ਹਥਿਆਰ ਬਣਾਇਆ ਸੀ ਪਹਿਲੀ ਵਾਰ ਇੰਡੀਆ ਦੇ ਵਿੱਚ। ਠੀਕ ਹੈ ਜੀ, ਸੋ ਕਾਫੀ ਤੁਹਾਡਾ ਕਵਰ ਹੋ ਗਿਆ ਹੋਏਗਾ। ਹੁਣ ਇਹਦੇ ਵਿੱਚ ਆਇਆ ਕਹਿੰਦਾ ਇਹਨਾਂ ਦੇ ਵਿੱਚ ਕੌਣ ਆ ਜਿਹੜਾ ਕਿ ਫਸਟ ਵੂਮਨ ਸੀ ਜਿਹਨੇ ਕਿ ਸਾਹਿਤਿਆ ਅਕੈਡਮੀ ਅਵਾਰਡ ਜਿੱਤਿਆ। ਠੀਕ ਹੈ, ਸਾਹਿਤ ਅਕਾਦਮੀ ਪੁਰਸਕਾਰ ਪੰਜਾਬ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹਨੇ ਜਿੱਤਿਆ ਸੀ? ਕਿਹੜੀ ਫਸਟ ਵੂਮਨ ਸੀਗੀ? ਠੀਕ ਹੈ ਜੀ, ਸੋ ਦਲੀਪ ਕੌਰ ਟਿਵਾਣਾ ਜੀ ਸੀਗੇ, ਆਪਣੇ ਅਮਰਤਾ ਪ੍ਰੀਤਮ ਸੀ, ਅਜੀਤ ਕੌਰ ਸੀ ਜਾਂ ਸ਼ੀਲਾ ਭਾਟੀਆ ਸੀ? ਦੇਖੋ ਜੀ, ਯਾਦ ਕਰੋ ਤੁਸੀਂ ਮੈਨੂੰ। ਸੋ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਹੋਵੇਗਾ ਕਿ ਅਮਰਤਾ ਪ੍ਰੀਤਮ ਜੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਿ ਪਹਿਲੀ ਵਾਰ ਸਾਹਿਤਿਆ ਅਕਾਦਮੀ ਅਵਾਰਡ ਮਿਲਿਆ ਸੀ। ਸੋ ਪੰਜਾਬ GK ਦੀਆਂ ਆਪਣੀਆਂ ਅੱਜ 6 ਕਲਾਸਾਂ ਹੋਈਆਂ ਨੇ। ਸੋ ਆਪਣੀ ਮਾਡਰਨ ਹਿਸਟਰੀ ਖਤਮ ਹੋਣ ਵਾਲੀ ਆ, ਨਾਲ ਹੀ ਆਪਾਂ ਸ਼ੁਰੂ ਕਰ ਦੇਵਾਂਗੇ।
ਦ ਫਲੇਮ ਆਫ ਲਿਬਰਟੀ ਨਾਮਕ ਸਮਾਰਕ ਕਿਸ ਨਾਲ ਸੰਬੰਧਿਤ ਹੈ। ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ, ਮੈਨੂੰ ਯਾਦ ਵੀ ਨਹੀਂ ਗਾ, ਮੈਂ ਇਹ ਵੀ ਨਹੀਂ ਕਹਿ ਸਕਦਾ ਕਿ 10 ਵਾਰ ਹੋਇਆ, 5 ਵਾਰ ਹੋਇਆ, 8 ਵਾਰ ਹੋਇਆ। ਸੋ ਇਹ ਕੁਐਸਚਨ ਤੁਸੀਂ ਰਟਣਾ ਵਾ। ਸੋ ਇਹ ਤੁਹਾਨੂੰ ਜ਼ਿਆਦਾ ਜਿਹੜਾ ਫਲੇਮ ਆਫ ਲਿਬਰਟੀ ਨਾਮਕ ਆ, ਕੀ ਜਲਿਆਂਵਾਲੇ ਬਾਗ ਨਾਲ ਆ, ਬੈਟਲ ਆਫ ਮੁਦਕੀ ਨਾਲ ਆ, ਕਾਮਾਗਾਟਾਮਾਰੂ ਇੰਸੀਡੈਂਟ ਨਾਲ ਆ, ਜਾਂ ਗਦਰ ਮੂਵਮੈਂਟ ਨਾਲ ਆ। ਸੋ ਤੁਸੀਂ ਸੋਚ ਸਕਦੇ ਹੋ, 2-4 ਸੈਕਿੰਡ ਤੁਸੀਂ ਲੈ ਕੇ ਆਪਦਾ ਸੋਚੋ ਕਿ ਕਿਹਦੇ ਨਾਲ ਦਾ। ਸੋ ਤੁਸੀਂ ਸੋਚ ਲਿਆ ਹੋਏਗਾ। ਸੋ ਇਹ ਆਪਸ਼ਨ ਬਿਲਕੁਲ ਸਹੀ ਚਲੇ ਜਾਂਦੀ ਹੈ ਆਪਣੀ, ਜਲਿਆਂਵਾਲਾ ਬਾਗ ਦਾ ਜਿਹੜਾ ਸਾਕਾ ਹੋਇਆ ਸੀ। ਠੀਕ ਹੈ ਜੀ। ਹੁਣ ਜੀ ਵਿਚ ਵਨ ਆਫ ਦਾ ਫੋਲੋਇੰਗ ਬਿਗਨ ਦਾ ਡੰਡੀ ਮਾਰਚ, ਜਿਹੜਾ ਡੰਡੀ ਮਾਰਚ ਹੋਇਆ ਸੀ ਉਹ ਦੱਸੋ ਜੀ, ਉਹ ਕਿਹਦੇ ਨਾਲ, ਕਿਹੜੀ ਮੂਵਮੈਂਟ ਦੇ ਨਾਲ ਆਰੰਭ ਹੋਇਆ ਸੀ, ਦੱਸੋ ਜੀ। ਹੋਮ ਰੂਲ ਮੂਵਮੈਂਟ ਸੀ, ਨਾਨ ਕੋਆਪਰੇਸ਼ਨ ਮੂਵਮੈਂਟ ਸੀ, ਸਿਵਲ ਡਿਸਓਬੀਡੀਐਂਸ ਸੀ, ਜਾਂ ਕੁਆਇਟ ਇੰਡੀਆ ਮੂਵਮੈਂਟ। ਇਹ ਸਾਰਾ ਆਪਣੇ ਟੌਪਿਕ ਦੇ ਵਿੱਚ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਕਵਰ ਕਰ ਚੁੱਕੇ ਹਾਂ ਕੁਐਸਚਨ। ਦੇਖੋ ਜੀ, ਸੋ ਤੁਸੀਂ ਯਾਦ ਕਰਿਆ ਕਿ ਸਿਵਲ ਡਿਸਓਬੀਡੈਂਟ ਮੂਵਮੈਂਟ ਜਿਹੜੀ ਸੀਗੀ ਉਹਦੇ ਨਾਲ ਹੋਇਆ ਸੀ ਇਹ। ਸੋ ਇਹਦਾ ਆਪਣਾ ਕਰੈਕਟ ਆਨਸਰ ਬਣਦਾ ਸਿਵਲ ਡਿਸਓਬੀਡੈਂਟ ਮੂਵਮੈਂਟ। ਠੀਕ ਹੈ ਜੀ। ਸੋ ਇਹਦੇ ਨਾਲ ਹੋਇਆ ਸੀ 1930 ਦੇ ਵਿੱਚ ਆਪਣਾ ਹੋਇਆ ਸੀ। ਠੀਕ ਹੈ ਜੀ। ਡੰਡੀ ਮਾਰਚ ਜਿਹੜਾ ਸੀ ਉਹ 1930 ਦੇ ਵਿੱਚ ਹੋਇਆ ਸੀ, ਗਾਂਧੀ ਜੀ ਨੇ ਚਲਾਇਆ ਸੀ, ਜਿਹੜਾ ਕਿ ਨਮਕ ਦਾ ਕਾਨੂੰਨ ਤੋੜਿਆ ਸੀ ਇਹਨਾਂ ਨੇ। ਠੀਕ ਹੈ। ਕਿੰਨੇ ਤਰੀਕ ਨੂੰ ਤੋੜਿਆ ਸੀਗਾ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ। 1930 ਤੁਹਾਨੂੰ ਮੈਂ ਦੱਸ ਦਿੱਤਾ। ਨੈਕਸਟ ਆ ਗਿਆ ਸਾਡਾ ਕੁਐਸਚਨ ਕਿ ਇੱਕ ਚੰਦਰ ਗ੍ਰਹਿਣ ਕਦੋਂ ਲੱਗਦਾ ਹੈ। ਚੰਦਰ ਗ੍ਰਹਿਣ ਕਦੋਂ ਲੱਗਦਾ, ਇੱਕ ਲੂਨਰ ਐਕਲਿਪਸ ਜਿਹੜਾ ਵਾ ਉਹ ਕਦੋਂ ਲੱਗਦਾ ਵਾ। ਠੀਕ ਹੈ ਜੀ। ਦੱਸਣਾ ਤੁਸੀਂ, ਜਦੋਂ ਮੰਨ ਲਓ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਦੇ ਵਿੱਚ ਅਗਰ ਔਖਾ ਲੱਗੇ ਤਾਂ ਸੂਰਜ, ਚੰਦਰਮਾ ਅਤੇ ਧਰਤੀ ਜਦੋਂ ਇੱਕੋ ਲਾਈਨ 'ਚ ਹੁੰਦੇ ਆ ਉਦੋਂ ਲੱਗਦਾ ਚੰਦਰ ਗ੍ਰਹਿਣ। ਚੰਦਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਹੁੰਦਾ ਵਾ ਉਦੋਂ ਲੱਗਦਾ ਵਾ। ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਹੁੰਦੀ ਆ ਉਦੋਂ ਲੱਗਦਾ, ਜਾਂ ਜਦੋਂ ਆਪਣਾ ਸੂਰਜ ਧਰਤੀ ਅਤੇ ਚੰਦ ਦੇ ਵਿਚਕਾਰ ਹੁੰਦਾ ਹੈ। ਸੋ ਇਹ ਤੁਸੀਂ ਦੇਖ ਲੈਣਾ ਵਾ ਆਪਣਾ, ਇੱਕ ਵਾਰੀ ਯਾਦ ਦੇਖੋ ਕਿ ਤੁਹਾਨੂੰ ਸਮਝ ਆ ਰਹੀ ਹੈ ਕਿ ਨਹੀਂ। ਸੋ ਇਹਦਾ ਤੁਹਾਡਾ ਸਹੀ ਆਨਸਰ ਬਣ ਜਾਏਗਾ ਆਪਸ਼ਨ ਨੰਬਰ ਸੀ, ਜਦੋਂ ਕਿ ਦ ਅਰਥ ਕਮਸ ਬਿਟਵੀਨ ਸਨ ਐਂਡ ਮੂਨ। ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆ ਜਾਂਦੀ ਆ ਉਦੋਂ ਇਹ ਚੰਦਰ ਗ੍ਰਹਿਣ ਲੱਗਦਾ ਵਾ। ਠੀਕ ਹੈ ਜੀ। ਨੈਕਸਟ ਆ ਗਿਆ, ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਇੱਕ ਫੰਡਾਮੈਂਟਲ ਡਿਊਟੀ ਨਹੀਂ ਗਾ। ਆ ਵੀ ਘੱਟੋ ਘੱਟ ਇੱਕ ਸੀਨੀਅਰ ਅਸਿਸਟੈਂਟ ਦੇ ਵਿੱਚ ਆਇਆ ਹੋਇਆ ਵਾ PPSC ਦੇ, ਇੱਕ PPSC ਦੇ ਆਪਣਾ ਸਟੈਨੋ ਦਾ ਪੇਪਰ ਹੋਇਆ ਸੀ 2019 ਦੇ ਵਿੱਚ। ਲਗਾਤਾਰ 2 ਵਾਰ, 1 ਸਾਲ ਦੇ ਵਿੱਚ 2 ਵਾਰ, ਇਹ 2019 'ਚ ਦੋਨੇ ਪੇਪਰ ਹੋਏ ਸੀ, 2 ਵਾਰ ਰਿਪੀਟ ਹੋਇਆ ਕੁਐਸਚਨ ਆ ਇਹ। ਸੋ ਇਹ ਤੁਸੀਂ ਕਰ ਲੈਣਾ। ਫੰਡਾਮੈਂਟਲ ਡਿਊਟੀਜ਼ ਦੀ ਕਲਾਸ ਆਪਾਂ ਆਲਰੇਡੀ ਅਪਲੋਡ ਕੀਤੀ ਹੋਈ ਆ ਪੋਲਿਟੀ ਦੀ, ਅਗਰ ਤੁਸੀਂ ਨਹੀਂ ਕੀਤੀ ਤਾਂ ਤੁਸੀਂ ਉਹ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਹਦੇ ਵਿੱਚ ਪਹਿਲਾ ਆ ਗਿਆ ਜੀ, ਇਹਦੇ ਵਿੱਚ ਆਉਂਦਾ ਕਿ ਔਰਤਾਂ ਦੇ ਮਾਣ ਅਤੇ ਅਪਮਾਨਜਨਕ ਅਭਿਆਸਾਂ ਨੂੰ ਤਿਆਗਣਾ। ਠੀਕ ਹੈ। ਡਿਗਨਿਟੀ ਆਫ ਦ ਵੂਮਨ ਦੇ। ਠੀਕ ਹੈ ਜੀ। ਜਨਤਕ ਜਾਇਦਾਦ ਦੀ ਰਾਖੀ ਲਈ, ਸਮਾਰਕਾਂ ਅਤੇ ਜਨਤਕ ਮਹੱਤਤਾ ਵਾਲੇ ਸਥਾਨਾਂ ਦੀ ਸੁਰੱਖਿਆ ਲਈ, ਜਾਂ ਵਿਅਕਤੀਆਂ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਵੱਲ ਕੋਸ਼ਿਸ਼ ਕਰਨੀ। ਸੋ ਦੇਖੋ ਤੁਸੀਂ ਕਿ ਇਹਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਐਡ ਹੁੰਦਾ ਕਿ ਨਹੀਂ ਹੁੰਦਾ। ਸੋ ਤੁਹਾਨੂੰ ਹੋ ਗਿਆ ਹੋਏਗਾ ਯਾਦ ਕਿ ਇਹਦੇ ਵਿੱਚ ਬਿਲਕੁਲ ਜੀ ਆ ਪਹਿਲਾ ਆਪਣਾ ਬਿਲਕੁਲ ਸਹੀ ਹੋ ਗਿਆ। ਸੋ ਇਹਨਾਂ ਨੇ ਨਹੀਂ ਪੁੱਛਿਆ ਕਿ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ, ਪਹਿਲਾ ਬਿਲਕੁਲ ਸਹੀ ਹੋ ਗਿਆ। ਠੀਕ ਹੈ ਜੀ। ਦੂਜਾ ਆਪਣਾ ਸੇਫਗਾਰਡ ਪਬਲਿਕ ਪ੍ਰੋਪਰਟੀ ਵੀ ਬਿਲਕੁਲ ਸਹੀ ਹੋ ਗਿਆ ਕਿ ਪਬਲਿਕ ਪ੍ਰੋਪਰਟੀ ਨੂੰ ਸੇਫਗਾਰਡ ਰੱਖਣਾ ਚਾਹੀਦਾ। ਆ ਆਪਣਾ ਗਲਤ ਹੋ ਗਿਆ ਜੀ। ਟੂ ਪ੍ਰੋਟੈਕਟ ਮੋਨੂਮੈਂਟ ਐਂਡ ਪਲੇਸਿਸ ਆਫ ਦਾ ਪਬਲਿਕ ਇੰਪੋਰਟੈਂਸ, ਇਹ ਆਪਣਾ ਗਲਤ ਹੋ ਗਿਆ। ਨੈਕਸਟ ਆਪਣਾ ਟੂ ਸਟ੍ਰੀਵ ਟੂਵਾਰਡ ਐਕਸੀਲੈਂਸ ਇਨ ਆਲ ਸਫੇਰੀ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ। ਸੋ ਸਾਰੇ ਖੇਤਰਾਂ ਦੇ ਵਿੱਚ ਅਗਰ ਵਿਅਕਤੀਗਤ ਤੌਰ ਦੇ ਉੱਤੇ ਤੁਸੀਂ ਉੱਤਮਤਾ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਵੀ ਤੁਹਾਡਾ ਸਹੀ ਹੋ ਗਿਆ। ਸੋ ਦੇਖੋ ਇਹਦੇ ਵਿੱਚ ਤੁਹਾਨੂੰ ਐਂ ਲੱਗੇਗਾ, ਕਨਫਿਊਜ਼ ਹੋਵੋਗੇ ਕਿ ਇਹਦੇ ਵਿੱਚ ਜਿੱਦਾਂ ਸੇਫਗਾਰਡ ਪਬਲਿਕ ਪ੍ਰੋਪਰਟੀ ਹੋਰ ਚੀਜ਼ ਆ, ਸੋ ਪ੍ਰੋਟੈਕਟ ਜਿਵੇਂ ਮਤਲਬ ਕਿ ਸਮਾਰਕ ਹੋ ਗਏ ਜਿਹਨੂੰ ਕਿ ਮੋਨੂਮੈਂਟ ਵੀ ਆਪਾਂ ਕਹਿ ਦਿੰਦੇ ਹਾਂ, ਅਤੇ ਜਨਤਕ ਮਹੱਤਤਾ ਵਾਲੇ ਸਥਾਨ ਜਿਹੜੇ ਕਿ ਪਬਲਿਕ ਇੰਪੋਰਟੈਂਸ ਪਲੇਸਿਸ ਹੁੰਦੇ ਨੇ। ਸੋ ਇਹਨਾਂ ਦੋਨਾਂ ਦੇ ਵਿੱਚ ਫਰਕ ਆ। ਜਿਹੜਾ ਆਪਣਾ ਆਹ ਵਾ ਨਾ, ਇਹ ਆਪਣਾ DPSC ਦੇ ਵਿੱਚ, DPSP ਦੇ ਵਿੱਚ ਸਟੇਟ ਨੂੰ ਨਿਰਦੇਸ਼ ਦਿੱਤੇ ਗਏ ਨੇ, ਆਰਟੀਕਲ 49 ਦੇ ਵਿੱਚ ਇਹ ਦਰਜ ਆ। ਠੀਕ ਆ ਜੀ। ਸੋ ਆਹ ਆਪਣੀ ਫੰਡਾਮੈਂਟਲ ਡਿਊਟੀ ਆ। ਫੰਡਾਮੈਂਟਲ ਡਿਊਟੀ ਆਪਣੇ ਪਾਰਟ 4A ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਦਰਜ ਆ, ਅਤੇ ਕਨਸਟੀਟਿਊਸ਼ਨ ਦੇ ਵਿੱਚ 51A ਦੇ ਵਿੱਚ। ਠੀਕ ਆ ਜੀ। 4A ਦੇ ਵਿੱਚ ਵੀ 51A ਨੰਬਰ ਆਰਟੀਕਲ ਦੇ ਵਿੱਚ ਦਰਜ ਆ। ਇਸ ਟਾਈਮ ਦੇ ਉੱਤੇ 11 ਫੰਡਾਮੈਂਟਲ ਡਿਊਟੀਜ਼ ਨੇ, ਇਸ ਤੋਂ ਪਹਿਲਾਂ 10 ਹੁੰਦੀਆਂ ਸੀ। ਠੀਕ ਆ ਜੀ। ਸੋ ਜਦੋਂ ਇਹ ਜਿਹੜੀ 11ਵੀਂ ਸੀ, 11ਵੀਂ ਆਪਣੀ ਹੋਈ ਸੀ 86ਵੀਂ ਅਮੈਂਡਮੈਂਟ ਦੇ ਵਿੱਚ 2002 ਦੇ ਵਿੱਚ ਐਡ ਕੀਤੀ ਸੀ, ਜਿਹਦੇ ਵਿੱਚ ਕਿ ਬੱਚਿਆਂ ਦੀ ਜਿਹੜੀ ਮੁਫਤ ਸਿੱਖਿਆ ਦਾ ਦਿੱਤਾ ਗਿਆ ਵਾ। ਠੀਕ ਹੈ ਜੀ। ਸੋ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਵੀ ਐਡ ਆ। ਸੋ ਇਹ ਵੀ ਹੋ ਗਿਆ ਆਪਣਾ। ਸੋ ਨੈਕਸਟ ਕੁਐਸਚਨ ਆ ਗਿਆ ਸਾਡਾ ਕਿ ਆਪਣਾ ਕਨਸਟੀਟਿਊਸ਼ਨ ਸੇਫਗਾਰਡ ਟੂ ਸਿਵਲ ਸਰਵੈਂਟਸ ਲਈ ਕਿੰਨਾ ਨੰਬਰ ਆਰਟੀਕਲ ਜਿਹੜਾ ਦਿੱਤਾ ਗਿਆ ਵਾ। ਸੋ ਇਹ ਆਪਣਾ D ਨੰਬਰ ਆਰਟੀਕਲ, D ਨੰਬਰ ਬਿਲਕੁਲ ਸਹੀ ਚਲਾ ਜਾਊਗਾ, ਆਰਟੀਕਲ 311। ਠੀਕ ਹੈ ਜੀ। ਸੋ ਇਹ ਤੁਸੀਂ ਕਰ ਲੈਣਾ। ਹੁਣ ਆ ਗਿਆ ਜੀ ਹਾਈਗਰੋਮੀਟਰ ਜਿਹੜਾ ਇੰਸਟਰੂਮੈਂਟ ਆ ਉਹ ਕਿਹਦੇ ਲਈ ਯੂਜ਼ ਹੁੰਦਾ। ਕਹਿੰਦਾ ਤਰਲ ਪਦਾਰਥਾਂ ਦੀ ਸਪੈਕਕ ਘਣਤਾ ਲਈ, ਦੁੱਧ ਦੀ ਸ਼ੁੱਧਤਾ ਲਈ, ਜਾਂ ਰਿਲੇਟਿਵ ਨਮੀ ਹਿਊਮਿਡਿਟੀ ਹੋ ਗਿਆ। ਠੀਕ ਹੈ ਜੀ। ਸੋ ਵਾਯੂਮੰਡਲ ਦੇ ਦਬਾਅ ਲਈ, ਐਟਮੋਸਫੇਰਿਕ ਪ੍ਰੈਸ਼ਰ ਲਈ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਰਿਲੇਟਿਵ ਹਿਊਮਿਡਿਟੀ ਲਈ ਆਪਣਾ ਯੂਜ਼ ਹੁੰਦਾ ਵਾ। ਸੋ ਇਹ ਬਿਲਕੁਲ ਪਰਫੈਕਟ ਆਨਸਰ ਬਣੇਗਾ। ਠੀਕ ਹੈ ਜੀ। ਸੋ ਇਹ ਪੇਪਰ ਦੇ ਵਿੱਚ ਰਿਪੀਟ ਹੋ ਜਾਂਦਾ ਵਾ ਬਾਰ-ਬਾਰ ਕੁਐਸਚਨ। ਸੋ ਇਹ ਵੀ ਕਰ ਲੈਣਾ ਤੁਸੀਂ।
ਨੈਕਸਟ ਆ ਗਿਆ ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿਹਨੇ ਕਿ ਬ੍ਰਿਟਿਸ਼ ਇਹਨੇ ਜਿਹੜਾ ਇਹ ਵਾਕ ਲਿਆ ਸੀ ਕਿ ਅਨ ਬ੍ਰਿਟਿਸ਼ ਟੂ ਕ੍ਰਿਟੀਸਾਈਜ਼, ਠੀਕ ਹੈ ਜੀ, ਆਲੋਚਨਾ ਕਰਨ ਲਈ ਇੰਗਲਿਸ਼ ਕਲੋਨੀਅਲ ਕੰਟਰੋਲ ਆਫ, ਜਾਣੀ ਕਿ ਬ੍ਰਿਟਿਸ਼ਰ ਦੇ ਅਗੇਂਸਟ ਜਿਹੜੀ ਇਹਨਾਂ ਨੇ ਇੱਕ ਬੁੱਕ ਵੀ ਲਿਖੀ ਸੀ, ਠੀਕ ਹੈ ਜੀ। ਸੋ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਗਾ, ਦਾਦਾ ਭਾਈ ਨਾਰੋਜੀ ਨੇ ਲਿਖੀ ਸੀ ਇਹ, ਠੀਕ ਹੈ ਜੀ, ਬ੍ਰਿਟਿਸ਼ਰ ਦੀ ਆਲੋਚਨਾ ਕਰਨ ਦੀ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲੇ ਆਹ ਵਾਲਾ ਕੁਐਸਚਨ। ਦੇਖੋ ਜੀ ਇੱਦਾਂ ਦੇ ਕੁਐਸਚਨ ਵੀ PPSC ਪੁੱਛਦੇ ਆ ਕਿ ਇਹਨਾਂ ਦੇ ਵਿੱਚੋਂ ਜੋੜਿਆਂ ਦੇ ਵਿੱਚ ਗੌਰ ਕਰੋ ਕਿ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਸਹੀ ਕਰੈਕਟਲੀ ਮੈਚ ਆ। ਦੇਖੋ ਜੀ ਨੌਨ ਕੋਆਪਰੇਸ਼ਨ ਮੂਵਮੈਂਟ ਦੇ ਨਾਲ ਚੌਰਾ ਚੌਰੀ ਮੂਵਮੈਂਟ ਕਾਲਡ ਆਫ ਹੋਈ ਸੀ, ਇਹ ਤੁਸੀਂ ਦੇਖਣਾ ਹੁਣ, ਠੀਕ ਹੈ ਜੀ। ਜਿਹੜਾ ਆਈਵਰਟਵਿਲ ਸੀਗਾ ਲਾਰਡ ਹੈਸਟਿੰਗ ਨੇ ਇੰਟਰੋਡਿਊਸ ਕੀਤਾ ਸੀ। ਜਿਹੜਾ ਅਗਸਤ ਆਫਰ ਸੀਗਾ ਉਹ ਕਿਹਨੇ ਕੀਤਾ ਸੀ, ਠੀਕ ਹੈ ਜੀ, ਕੀ ਲਾਰਡ ਰਿਪਨ ਨੇ ਕੀਤਾ। ਇਹਨਾਂ ਦੇ ਵਿੱਚ ਦੱਸੋ ਕਿਹੜਾ ਸਹੀ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਤੁਸੀਂ ਦੇਖ ਲਓ, ਇੱਕ ਵਾਰ ਯਾਦ ਕਰੋ। ਸੋ ਆਪਸ਼ਨ ਬੀ ਬਿਲਕੁਲ ਸਹੀ ਚਲੇ ਜਾਏਗੀ। ਚੌਰਾ ਚੌਰੀ ਮੂਵਮੈਂਟ ਕਾਲਡ ਆਫ ਹੋਈ ਸੀ 1922 ਈਸਵੀ ਦੇ ਵਿੱਚ, ਠੀਕ ਹੈ ਜੀ, ਜਦੋਂ ਕਿ ਉਹਨਾਂ ਨੇ ਆਪਣੇ ਅੰਦੋਲਨਕਾਰੀ ਜੋ ਆਪਣੇ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਸੀਗੇ ਲੋਕ, ਉਹਨਾਂ ਨੇ ਪੁਲਿਸ ਸਟੇਸ਼ਨ ਜਲਾਤਾ ਸੀ, ਠੀਕ ਹੈ ਜੀ। ਇਹ ਵੀ ਆਪਣਾ ਸਹੀ ਹੋ ਗਿਆ। ਸੋ ਜਿਹੜਾ ਆਈਵਰਟਵਿਲ ਆ ਨਾ, ਇਹ ਲਾਰਡ ਰਿਪਨ ਨੇ ਇੰਟਰੋਡਿਊਸ ਕੀਤਾ ਸੀ। ਜਿਹੜਾ ਅਗਸਤ ਆਫਰ ਸੀਗਾ ਇਹ ਲਾਰਡ ਲਿੰਥੀਅਲ ਨੇ ਕੀਤਾ ਸੀਗਾ ਆਪਣਾ, ਠੀਕ ਹੈ ਜੀ, 1940 ਈਸਵੀ ਦੇ ਵਿੱਚ, ਠੀਕ ਹੈ ਜੀ, ਇੰਟਰੋਡਿਊਸ। ਸੋ ਇਹ ਵੀ ਹੋ ਗਿਆ ਆਪਣਾ। ਸੋ ਇਹ ਵੀ ਨਾਲ ਦਿੱਤਾ ਹੋਇਆ ਵਾ ਆਪਣਾ, ਤੁਹਾਨੂੰ ਦਿੱਤਾ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ। ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ, ਇਹਨਾਂ ਦੇ ਵਿੱਚੋਂ ਤੁਸੀਂ ਦੇਖ ਹੀ ਲਿਆ ਹੋਵੇਗਾ ਆਨਸਰ। ਤੋਂ ਇਹਨਾਂ ਦੇ ਵਿੱਚ ਕਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਕਿ ਆਸਾ ਦੀ ਵਾਰ ਦੀ ਕੰਪੋਜ਼ ਕੀਤਾ ਸੀ। ਸੋ ਇਹ ਗੁਰੂ ਨਾਨਕ ਦੇਵ ਜੀ ਸੀ। 26 ਨੰਬਰ ਹੋ ਗਿਆ। ਆਪਣੇ 4 ਕੁਐਸਚਨ ਰਹਿ ਗਏ ਨੇ। ਹੁਣ ਜੀ ਦੇਖੋ ਇੱਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਕਿ ਜੱਜ ਜਿਹੜੇ ਹਾਈ ਕੋਰਟ ਦੇ ਉਹਨੂੰ ਕਿੱਦਾਂ ਰਿਮੂਵ ਕੀਤਾ ਜਾ ਸਕਦਾ। ਸੋ ਇਹਦੀ ਆਪਣੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਅਗਲੀ ਕਲਾਸ ਪੋਲਿਟੀ ਦੀ ਕਲਾਸ ਨੰਬਰ 18 ਆਪਾਂ ਅਪਲੋਡ ਕਰਾਂਗੇ। ਸੋ ਇਹ ਜੇ ਆਪਾਂ ਕੀਤੀ ਨਹੀਂ, ਸ਼ਾਇਦ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਜਿਨ੍ਹਾਂ ਨੇ ਆਪਣੀ ਕਲਾਸਾਂ ਇਸ ਟਾਈਮ ਫੋਲੋ ਕਰ ਰਹੇ ਆ। ਬਾਕੀ ਜਿਹੜੇ PPSC ਨਾਇਬ ਤਹਿਸੀਲਦਾਰ ਦੀ ਜਾਂ ਤਿਆਰੀ ਪਹਿਲਾਂ ਤੋਂ ਕਰ ਰਹੇ ਨੇ ਉਹਨਾਂ ਨੂੰ ਇਹ ਕੁਐਸਚਨ ਬਹੁਤ ਚੰਗੀ ਤਰ੍ਹਾਂ ਆਉਂਦਾ ਹੋਏਗਾ, ਠੀਕ ਹੈ ਜੀ। ਸੋ ਗਵਰਨਰ ਕਹਿੰਦਾ ਦੱਸੋ ਜੀ ਜਿਹੜੇ ਜੱਜ ਹੁੰਦੇ ਨੇ ਹਾਈ ਕੋਰਟ ਦੇ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਧਿਆਨ ਰੱਖੋ, ਜਿਹੜੇ ਜੱਜ ਹੁੰਦੇ ਨੇ ਹਾਈ ਕੋਰਟ ਦੇ ਅਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ, ਇਹਨਾਂ ਨੂੰ ਜਿਹੜੇ ਹਟਾਉਣ ਦਾ ਰਿਮੂਵਲ ਦਾ ਜਿਹੜਾ ਪ੍ਰੋਸੈਸ ਆ ਉਹ ਸੇਮ ਹੀ ਆ, ਠੀਕ ਹੈ ਜੀ। ਪਹਿਲੀ ਚੀਜ਼ ਇਹ ਯਾਦ ਰੱਖਣੀ ਆ, ਕਿਉਂਕਿ ਹੋ ਸਕਦਾ ਇਸ ਵਾਰ ਪੇਪਰ ਦੇ ਵਿੱਚ ਉਹ ਸੁਪਰੀਮ ਕੋਰਟ ਦੇ ਜੱਜ ਪੁੱਛ ਲਵੇ। ਸੋ ਗਵਰਨਰ ਹੁੰਦਾ ਵਾ ਜਿਹੜਾ ਕਹਿੰਦਾ ਗਵਰਨਰ ਰਿਮੂਵ ਕਰਦਾ ਸਟੇਟ ਲੈਜਿਸਲੇਚਰ ਦੇ ਵਿੱਚ ਰੈਜ਼ੋਲੂਸ਼ਨ 2/3 ਦੀ ਮੈਜੋਰਟੀ ਦੇ ਨਾਲ, ਜਾਂ ਚੀਫ ਜਸਟਿਸ ਕਰਦਾ ਵਾ ਰਿਕਮੈਂਡੇਸ਼ਨ ਆਫ ਪਾਰਲੀਮੈਂਟ ਦੀ ਰਿਕਮੈਂਡੇਸ਼ਨ ਨਾਲ, ਜਾਂ ਪ੍ਰੈਜ਼ੀਡੈਂਟ ਕਰਦਾ ਵਾ ਰੈਜ਼ੋਲੂਸ਼ਨ ਪਾਸ ਹੁੰਦਾ ਵਾ ਜਿਹਦੇ ਵਿੱਚ ਕਿ ਪਾਰਲੀਮੈਂਟ ਦੇ ਵਿੱਚ 2/3 ਦੇ ਨਾਲ, ਜਾਂ ਚੀਫ ਜਸਟਿਸ ਆਫ ਇੰਡੀਆ ਕਰਦਾ ਪ੍ਰੈਜ਼ੀਡੈਂਟ ਦੀ ਐਡਵਾਈਸ ਦੇ ਨਾਲ। ਸੋ ਦੇਖੋ ਤੁਹਾਨੂੰ ਹੋ ਗਿਆ ਹੋਏਗਾ ਇਹ ਯਾਦ ਹੁਣ। ਸੋ ਇਹਦਾ ਬਿਲਕੁਲ ਸਾਡਾ ਆਪਣਾ ਕਰੈਕਟ ਆਨਸਰ ਬਣਦਾ ਸੀ ਕਿ ਪ੍ਰੈਜ਼ੀਡੈਂਟ ਔਨ ਦੀ ਬੇਸਿਸ ਆਫ ਰੈਜ਼ੋਲੂਸ਼ਨ ਪਾਸਡ ਬਾਈ ਪਾਰਲੀਮੈਂਟ ਬਾਈ ਦਾ 2/3 ਦੀ ਮੈਜੋਰਟੀ। ਸੋ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਅਗਰ ਰਿਮੂਵ ਕਰਨਾ ਵਾ ਤਾਂ ਸੇਮ ਪ੍ਰੋਸੈਸ ਹੀ ਹੈ, ਠੀਕ ਹੈ। ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ। ਇੰਡੀਅਨ ਪਾਰਲੀਮੈਂਟ ਕੰਸਿਸਟ ਆਫ, ਦੱਸੋ ਜੀ ਇੰਡੀਅਨ ਪਾਰਲੀਮੈਂਟ ਇਹਦੇ ਵਿੱਚ ਵੀ ਤੁਸੀਂ ਕਨਫਿਊਜ਼ ਹੋਵੋਗੇ, ਠੀਕ ਆ ਜੀ, ਅਗਰ ਤੁਸੀਂ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਪਾਰਲੀਮੈਂਟ ਟੌਪਿਕ। ਆਪਾਂ ਪਾਰਲੀਮੈਂਟ ਟੌਪਿਕ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ, ਅਗਰ ਤੁਸੀਂ ਨਹੀਂ ਕੀਤਾ ਤਾਂ ਤੁਸੀਂ ਉਹ ਕਲਾਸ ਦੇਖ ਸਕਦੇ ਹੋ। ਲੋਕ ਸਭਾ ਤੇ ਰਾਜ ਸਭਾ ਹੁੰਦੀ ਹੈ, ਇਹਦੇ ਵਿੱਚ ਸਿਰਫ ਲੋਕ ਸਭਾ ਰਾਜ ਸਭਾ ਤੇ ਪ੍ਰਾਈਮ ਮਿਨਿਸਟਰ ਹੀ ਹੁੰਦੇ ਨੇ, ਸਪੀਕਰ ਹੁੰਦਾ ਜਾਂ ਅਤੇ ਲੋਕ ਸਭਾ ਹੁੰਦੀ ਆ, ਜਾਂ ਪ੍ਰੈਜ਼ੀਡੈਂਟ ਹੁੰਦਾ, ਜਾਂ ਬੋਥ ਹਾਊਸ ਹੁੰਦੇ ਨੇ। ਦੇਖੋ ਜੀ ਹੁਣ ਤੁਹਾਨੂੰ 5 ਸੈਕਿੰਡ ਦਿੰਦੇ ਆ, ਸੋਚ ਲੈਣਾ ਤੁਸੀਂ। ਸੋ ਤੁਸੀਂ ਇਹ ਚੀਜ਼ ਸੋਚ ਚੁੱਕੇ ਹੋਵੋਗੇ। ਸੋ ਇਹਦੀ ਡੀ ਆਨਸਰ ਬਿਲਕੁਲ ਸਹੀ ਬਣਦਾ ਵਾ, ਠੀਕ ਹੈ ਜੀ। ਪ੍ਰੈਜ਼ੀਡੈਂਟ ਦੇ ਬੋਥ ਦਾ ਹਾਊਸਸ ਹੁੰਦੇ ਨੇ। ਪ੍ਰੈਜ਼ੀਡੈਂਟ ਬੋਥ ਹਾਊਸ ਹੋ ਗਿਆ ਲੋਕ ਸਭਾ ਤੇ ਰਾਜ ਸਭਾ, ਠੀਕ ਹੈ ਜੀ। ਸੋ ਰਾਜ ਸਭਾ ਸਾਡਾ ਅਪਰ ਹਾਊਸ ਆ, ਲੋਕ ਸਭਾ ਸਾਡਾ ਆਪਣਾ ਹੈਗਾ ਵਾ ਲੋਅਰ ਹਾਊਸ। ਤੋਂ ਆਪਣਾ ਪ੍ਰੈਜ਼ੀਡੈਂਟ ਹੋ ਗਿਆ ਤੇ ਬੋਥ ਦਾ ਹਾਊਸ ਆ। ਲੋਕ ਸਭਾ ਲਈ ਕਿੰਨੇ ਨੰਬਰ ਆਰਟੀਕਲ ਆ? 81 ਨੰਬਰ ਆਰਟੀਕਲ ਆ। ਰਾਜ ਸਭਾ ਲਈ 80 ਨੰਬਰ ਆਰਟੀਕਲ ਆ। ਪਾਰਲੀਮੈਂਟ ਲਈ ਜਿਹੜਾ ਕਿ ਪਾਰਲੀਮੈਂਟ ਹੋਣੀ ਚਾਹੀਦੀ ਆਪਣੀ ਗਠਨ ਕਰਦਾ ਵਾ, ਉਹਦੇ ਲਈ 79 ਨੰਬਰ ਆਰਟੀਕਲ ਆ, ਠੀਕ ਹੈ ਜੀ। ਪਾਰਟ 5 ਦੇ ਵਿੱਚ ਦਰਜ ਆ ਇਹ ਆਪਣੇ ਸੰਵਿਧਾਨ ਦੇ, ਠੀਕ ਹੈ ਜੀ। ਸੋ 3-4 ਕੁਐਸਚਨ ਤੁਹਾਡੇ ਕਵਰ ਹੋ ਗਏ ਇਹਦੇ ਵਿੱਚ। ਸੋ 29 ਨੰਬਰ। ਸੋ ਜ਼ਿਆਦਾ ਐਕਸਪਲੇਨ ਮੈਂ ਤਾਂ ਨਹੀਂ ਕਰ ਰਿਹਾ ਕਿਉਂਕਿ ਅਗਰ ਆਪਾਂ ਐਕਸਪਲੇਨ ਜ਼ਿਆਦਾ ਪੋਸਟਮਾਰਟਮ ਕਰਨ ਲੱਗਾਂਗੇ ਤਾਂ ਕਲਾਸ ਬਹੁਤ ਲੰਬੀ ਹੋ ਜਾਏਗੀ। ਸੋ ਆਪਾਂ ਜਸਟ ਕੁਇੱਕ ਰਿਵੀਜ਼ਨ ਕਰ ਰਹੇ ਹਾਂ ਕਿ PPSC ਦੇ ਪ੍ਰੀਵੀਅਸ ਈਅਰ ਪੇਪਰ ਦੇ ਕੁਝ ਕੁਐਸਚਨ ਕਰ ਰਹੇ ਹਾਂ। ਸੋ ਆਪਾਂ ਕਰਾਂਗੇ ਕਿ ਹੋ ਸਕਦਾ ਵਾ ਪੇਪਰ ਦੇ ਵਿੱਚ ਰਿਪੀਟ ਹੋ ਜਾਵੇ। ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਟ੍ਰਿਊ ਨਹੀਂ ਗਾ ਜਿਹੜਾ ਕਿ ਪ੍ਰੋਸੀਜਰ ਕਰਦਾ ਵਾ ਅਮੈਂਡਮੈਂਟ ਆਫ ਦਾ ਕੌਨਸਟੀਟਿਊਸ਼ਨ ਦਾ, ਜਦੋਂ ਕੋਈ ਵੀ ਆਰਟੀਕਲ ਜਾਂ ਕੋਈ ਵੀ ਪਾਰਟ ਅਮੈਂਡ ਕੀਤਾ ਜਾਂਦਾ ਵਾ, ਠੀਕ ਆ ਜੀ, ਉਹਦੇ ਲਈ ਦੱਸੋ ਇਹਨਾਂ ਦੇ ਵਿੱਚੋਂ ਕਿਹੜੀ ਪ੍ਰਕਿਰਿਆ ਨਹੀਂ। ਕਹਿੰਦਾ ਕੌਨਸਟੀਟਿਊਸ਼ਨ ਅਮੈਂਡ ਬਿੱਲ ਵੀ ਕੈਨ ਬੀ ਇੰਟਰੋਡਿਊਸ ਓਨਲੀ ਬਾਈ ਏ ਮਿਨਿਸਟਰ। ਕਹਿੰਦਾ ਜੀ ਸਿਰਫ ਇੱਕ ਮਿਨਿਸਟਰ ਇੰਟਰੋਡਿਊਸ ਕਰ ਸਕਦਾ ਵਾ ਇਹਨੂੰ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਨੂੰ। ਇਟ ਡਜ਼ ਨਾਟ ਰਿਕੁਆਇਰ ਦਾ ਪ੍ਰਾਇਰ ਪਰਮਿਸ਼ਨ ਟੂ ਦਾ ਪ੍ਰੈਜ਼ੀਡੈਂਟ, ਯਾਨੀ ਪ੍ਰੈਜ਼ੀਡੈਂਟ ਦੀ ਪਰਮਿਸ਼ਨ ਦੀ ਲੋੜ ਹੁੰਦੀ ਆ ਕਿ ਨਹੀਂ ਹੁੰਦੀ ਆ, ਠੀਕ ਹੈ। ਜਿੱਦਾਂ ਆਪਾਂ ਦੇਖਿਆ ਕਿ ਆਪਣਾ ਜਦੋਂ ਲੋਕ ਸਭਾ ਦੇ ਵਿੱਚ ਮਨੀ ਬਿੱਲ ਆਪਾਂ ਕਰਦੇ ਹਾਂ ਤਾਂ ਪ੍ਰੈਜ਼ੀਡੈਂਟ ਦੀ ਉਹਦੀ ਲੋੜ ਹੁੰਦੀ ਆ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਸਾਡੇ ਕੋਲ, ਦਾ ਬਿੱਲ ਸ਼ੁੱਡ ਬੀ ਪਾਸਡ ਬਾਈ ਈਚ ਹਾਊਸ ਆਫ ਦਾ ਸਪੈਸ਼ਲ ਮੇਜੋਰਟੀ।
ਕਹਿੰਦਾ ਬਿੱਲ ਜਿਹੜਾ ਵਾ ਉਹ ਈਚ ਹਾਊਸ ਦੇ ਵਿੱਚ ਸਪੈਸ਼ਲ ਮੈਜੋਰਟੀ ਨਾਲ ਪਾਸ ਹੋਣਾ ਚਾਹੀਦਾ। ਦੇਅਰ ਇਜ਼ ਨੋ ਪ੍ਰੋਵੀਜ਼ਨ ਫॉर ਜੁਆਇੰਟ ਸਿਟਿੰਗ ਫॉर ਦਾ ਪੈਸੇਜੀ ਆਫ ਦਾ ਬਿੱਲ। ਦੇਖੋ ਜੀ ਇਹਦੇ ਵਿੱਚ ਉਹਨਾਂ ਨੇ 4 ਨੰਬਰ ਦੇ ਵਿੱਚ ਉਹਨਾਂ ਨੇ ਸਿੰਪਲ ਇਹ ਪੁੱਛਿਆ ਕਿ ਜੁਆਇੰਟ ਸਿਟਿੰਗ ਇਹਦੇ ਵਿੱਚ ਇਹ ਬਿੱਲ ਦੇ ਵਿੱਚ ਨਹੀਂ ਹੁੰਦੀ, ਠੀਕ ਆ ਜੀ, ਪਹਿਲਾ ਆਹ ਹੋ ਗਿਆ। ਸੋ ਇਹ ਆਪਣਾ ਬਿਲਕੁਲ ਸਹੀ ਆ ਕਿ ਜੁਆਇੰਟ ਸਿਟਿੰਗ ਜਿਹੜੀ ਹੁੰਦੀ ਆ ਇਹਦੇ ਵਿੱਚ ਨਹੀਂ ਹੁੰਦੀ। ਕਿ ਜੁਆਇੰਟ ਸਿਟਿੰਗ ਸਿਰਫ ਤੇ ਸਿਰਫ ਜਿਹੜੀ ਆਪਣੇ ਲੋਕ ਸਭਾ ਦੇ ਵਿੱਚ ਜੋ ਆਪਣਾ ਅਗਰ ਕੋਈ ਵਿਵਾਦ ਹੋ ਜਾਵੇ, ਕੋਈ ਆਰਡੀਨਰੀ ਬਿੱਲ ਹੋ ਗਿਆ, ਉਹਦੇ ਲਈ ਹੁੰਦੀ ਆ, ਠੀਕ ਆ ਜੀ, ਇਹ ਬਿਲਕੁਲ ਸਹੀ ਹੋ ਗਿਆ। ਨੈਕਸਟ ਆ ਗਿਆ ਜੀ ਸਾਡੇ ਕੋਲ ਦਿਸ ਬਿੱਲ ਸ਼ੁੱਡ ਬੀ ਪਾਸਡ ਬਾਏ ਦਾ ਈਚ ਹਾਊਸ ਆਫ ਦਾ ਸਪੈਸ਼ਲ ਮੇਜੋਰਟੀ। ਸਿਰਫ ਸਪੈਸ਼ਲ ਮੇਜੋਰਟੀ ਲਈ ਬਿੱਲ ਪਾਸ ਹੁੰਦਾ, ਬਿਲਕੁਲ ਸਹੀ ਆ ਜੀ, ਠੀਕ ਹੈ ਜੀ। ਬਿੱਲ ਸ਼ੁੱਡ ਵੀ ਪਾਸ ਹੋਣਾ ਚਾਹੀਦਾ ਸਪੈਸ਼ਲ ਮੇਜੋਰਟੀ ਲੋਕ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਵੀ। ਇਟ ਡਜ਼ ਨਾਟ ਰਿਕੁਆਇਰ ਦਾ ਪ੍ਰਾਇਰ ਪਰਮਿਸ਼ਨ ਆਫ ਦਾ ਪ੍ਰੈਜ਼ੀਡੈਂਟ, ਬਿਲਕੁਲ ਸਹੀ ਆ ਜੀ। ਕੋਈ ਵੈਸੇ ਇਹਦੇ ਤੇ ਸਾਈਨ ਹੁੰਦੇ ਨੇ, ਇੱਦਾਂ ਨਹੀਂ ਕਿ ਪ੍ਰੈਜ਼ੀਡੈਂਟ ਨਹੀਂ ਸਾਈਨ ਕਰਦਾ, ਬਟ ਪ੍ਰਾਇਰ ਪਰਮਿਸ਼ਨ, ਪਹਿਲਾਂ ਪਰਮਿਸ਼ਨ ਦੀ ਲੋੜ ਨਹੀਂ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਮਨੀ ਬਿੱਲ ਲਈ ਪ੍ਰਾਇਰ ਪਰਮਿਸ਼ਨ ਪ੍ਰੈਜ਼ੀਡੈਂਟ ਦੀ ਹੁੰਦੀ ਆ, ਠੀਕ ਆ, ਇਹਦੇ ਵਿੱਚ ਨਹੀਂ ਹੁੰਦੀ ਗੀ ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ 'ਚ। ਅੱਗੇ ਉਹਨੇ ਪੁੱਛਿਆ ਜੀ ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਕੈਨ ਬੀ ਇੰਟਰੋਡਿਊਸਡ ਓਨਲੀ ਬਾਏ ਏ ਮਿਨਿਸਟਰ। ਸੋ ਇਹ ਆਪਣਾ ਗਲਤ ਹੋ ਗਿਆ। ਸੋ ਥੱਲੇ ਵਾਲੇ ਆਪਣੇ ਥੱਲੇ 3 ਬਿਲਕੁਲ ਸਹੀ ਆ। ਸੋ ਇਹਦੇ ਵਿੱਚ ਆਪਣਾ ਏ ਆਪਸ਼ਨ ਜਾਏਗਾ, ਠੀਕ ਹੈ ਜੀ। ਆਪਸ਼ਨ ਆਪਾਂ ਕਿਹੜੀ ਲਾਉਣੀ ਆ? ਏ। 2 ਸਟੇਟਮੈਂਟਾਂ ਦਿੱਤੀਆਂ ਹੋਈਆਂ ਨਾ, ਦੱਸੋ ਜੀ ਇਹਨਾਂ 'ਚੋਂ। ਦੇਖੋ ਜੀ ਟ੍ਰੀਟੀ ਆਫ, ਇਹਨਾਂ 'ਚੋਂ ਕਿਹੜੀ ਸਹੀ ਆ? ਕਹਿੰਦਾ ਟ੍ਰੀਟੀ ਆਫ ਲਾਹੌਰ ਆ ਜਿਹੜੀ ਸਾਈਨ ਹੋਈ ਸੀ ਲਾਰਡ ਹਾਰਡਿੰਗ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਬਿਲੋਂਗਡ ਟੂ ਕਿਹੜੀ ਫੁਲਕੀਆਂ ਮਿਸਲ? ਦੱਸੋ ਜੀ ਹੁਣ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਆ? ਓਨਲੀ 1 ਸਹੀ ਆ, ਓਨਲੀ 2 ਸਹੀ ਆ, ਓਨਲੀ ਬੋਥ ਸਟੇਟਮੈਂਟ ਸਹੀ ਆ, 1 ਤੇ 2 ਤੇ ਜਾਂ ਬੋਥ ਸਟੇਟਮੈਂਟ ਜਿਹੜੀਆਂ ਨੇ ਉਹ ਗਲਤ ਨੇ? ਦੱਸੋ ਜੀ। ਸੋ ਇਹ ਤੁਸੀਂ ਕਰ ਲਿਆ ਹੋਣਾ। ਸੋ ਪਹਿਲੀ ਸਟੇਟਮੈਂਟ ਆਪਣੀ ਸਿੱਧੀ ਗਲਤ ਹੋ ਗਈ। ਜਿਹੜੀ ਟ੍ਰੀਟੀ ਆਫ ਲਾਹੌਰ ਸਾਈਨ ਹੋਈ ਸੀਗੀ ਉਹ ਹੋਈ ਸੀਗੀ ਆਪਣੀ 1846 ਈਸਵੀ ਦੇ ਵਿੱਚ, 9 ਮਾਰਚ 1846 'ਚ ਹੋਈ ਸੀ, ਜਦੋਂ ਪਹਿਲਾ ਜਿਹੜਾ ਯੁੱਧ ਐਂਗਲੋ ਸਿੱਖ ਵਾਰ ਜਿਹੜੀ ਸੀਗੀ, ਠੀਕ ਆ, ਉਹਦੇ ਵਿੱਚ ਪਹਿਲਾ ਯੁੱਧ ਖਤਮ ਹੋਇਆ ਸੀ। ਉਸ ਤੋਂ ਬਾਅਦ ਆਪਣਾ ਮਹਾਰਾਜਾ ਦਲੀਪ ਸਿੰਘ ਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਹੋਈ ਸੀ, ਠੀਕ ਆ, ਪਹਿਲਾ ਆਪਣਾ ਇਹ ਹੋ ਗਿਆ। ਸੋ ਪਹਿਲੀ ਗਲਤ ਹੋ ਗਈ। ਸੋ ਨੈਕਸਟ ਆ ਗਈ ਜੀ ਸਾਡੇ ਕੋਲੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਟ੍ਰੀਟੀ ਸੀ, ਠੀਕ ਆ ਜੀ, ਉਹ ਹੋਈ ਸੀ ਅੰਮ੍ਰਿਤਸਰ ਟ੍ਰੀਟੀ, ਜਿਹੜੀ ਕਿ 1809 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਮੈਟ ਕੈਫੇ ਦੇ ਵਿਚਕਾਰ ਹੋਈ ਸੀ, ਠੀਕ ਆ ਜੀ। ਸੋ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ ਤੁਸੀਂ। ਸੋ ਨੈਕਸਟ ਆ ਗਿਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਫੁਲਕੀਆਂ ਮਿਸਲ ਤੋਂ ਬਿਲੋਂਗ ਕਰਦੇ ਸੀ। ਇਹ ਵੀ ਗਲਤ ਆ ਜੀ। ਮਹਾਰਾਜਾ ਰਣਜੀਤ ਸਿੰਘ ਸ਼ੁਕਰਚਾਰੀਆ ਮਿਸਲ ਤੋਂ ਬਿਲੋਂਗ ਕਰਦਾ ਸੀ। ਸੋ ਇਹਦੇ ਲਈ ਆਪਣਾ ਡੀ ਆਪਸ਼ਨ ਸੀਗਾ। ਸੋ ਹੁਣ ਆਪਣਾ ਇਹ ਹੋ ਚੁੱਕਿਆ ਵਾ, ਠੀਕ ਆ ਜੀ। ਸੋ ਸੈੱਟ 1 ਦੇ ਵਿੱਚ 1 ਤੋਂ 30 ਆਪਾਂ ਕੀਤੇ ਨੇ, ਠੀਕ ਆ ਜੀ। ਹੁਣ ਅਗਲੇ ਸੈੱਟ ਦੇ ਵਿੱਚ 31 ਤੋਂ 100 ਕਰਾਂਗੇ। ਸੋ ਮੈਂ ਪਹਿਲਾਂ ਇੰਗਲਿਸ਼ ਦੇ ਵਿੱਚ ਕਲਾਸ ਤਿਆਰ ਕੀਤੀ ਸੀ, ਤਾਂ ਕਰਕੇ ਇਹਦੇ ਵਿੱਚ ਘੱਟ ਕੁਐਸਚਨ ਐਡ ਹੋਏ ਨੇ, ਨਹੀਂ ਮੈਂ 50 ਕੁਐਸਚਨ ਘੱਟੋ ਘੱਟ ਲੈ ਕੇ ਆਉਣੇ ਸੀਗੇ। ਸੋ ਇੰਗਲਿਸ਼ ਦੇ ਨਾਲ ਜ਼ਿਆਦਾਤਰ ਫਿਰ ਬਾਅਦ 'ਚੋਂ ਆਪਣੇ ਟੈਲੀਗ੍ਰਾਮ 'ਤੇ ਮੈਂ ਪੋਲ ਪਾਇਆ ਸੀ, ਉਹਦੇ ਵਿੱਚ ਤੁਸੀਂ ਕਿਹਾ ਕਿ ਨਾਲ ਆਪਣਾ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਹੋਣਾ ਚਾਹੀਦਾ। ਸੋ ਆਪਾਂ ਬਾਇਲੈਂਗੁਅਲ ਹੀ ਕਰਤਾ ਕਿ ਜਿਹੜੇ PSSB ਦੇ ਵਿਦਿਆਰਥੀ ਆਪਣੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਬੈਨੀਫਿਟ ਮਿਲ ਜਾਵੇ, ਤੇ PPSC ਲਈ ਤਾਂ ਇਹ ਬੈਨੀਫੀਸ਼ੀਅਲ ਹੈਗੀ ਹੋਈ ਆ, ਕਿਉਂਕਿ PPSC ਮੋਸਟਲੀ ਕੁਐਸਚਨ ਰਿਪੀਟ ਕਰਦਾ ਵਾ, ਠੀਕ ਆ। ਸੋ ਅੱਗੇ ਆਪਾਂ ਲੈਵਲ ਥੋੜ੍ਹਾ ਜਿਹਾ ਵਧਾਉਂਦੇ ਜਾਵਾਂਗੇ, ਕਿਉਂਕਿ ਅਜੇ ਆਪਾਂ ਜਸਟ ਸਿੰਪਲ ਕੁਐਸਚਨ ਲੈ ਕੇ ਆਏ ਸੀਗੇ। ਸੋ ਹੈਗੇ ਆਫੀਸ਼ੀਅਲ ਹੈ, ਮੇਰੇ ਵੱਲੋਂ ਇੱਕ ਵੀ ਕੁਐਸਚਨ ਨਹੀਂ ਐਡ ਕੀਤਾ ਗਿਆ। PPSC ਦੇ ਪਿਛਲੇ 10 ਸਾਲਾਂ ਦੇ ਪੇਪਰ ਦੇ ਵਿੱਚੋਂ ਆਪਾਂ ਕਰਾਂਗੇ ਟੌਪ 200 MCQ ਕਰਾਂਗੇ। ਨਾਇਬ ਤਹਿਸੀਲਦਾਰ ਤੋਂ ਪਹਿਲਾਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣਗੇ। ਸੋ ਇਸ ਤੋਂ ਬਾਅਦ ਵੀ ਤੁਹਾਨੂੰ ਕੋਆਪਰੇਟਿਵ ਇੰਸਪੈਕਟਰ ਜਾਂ SS ਬੋਰਡ ਜਾਂ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਤੁਸੀਂ ਕਿਸੇ ਦੇ ਵਿੱਚ ਵੀ ਬਹਿ ਜਾਓਗੇ, ਇਹਦੇ ਵਿੱਚੋਂ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਹੀ ਮਿਲਣਗੇ, ਠੀਕ ਹੈ ਜੀ। ਸੋ ਧੰਨਵਾਦ ਜੀ। ਹੁਣ ਆਪਾਂ ਮਿਲਦੇ ਹਾਂ ਆਪਣਾ ਅਗਲੇ ਸੈੱਟ ਦੇ ਵਿੱਚ ਨੈਕਸਟ ਕਲਾਸ ਦੇ ਵਿੱਚ। ਧੰਨਵਾਦ ਜੀ।